उस श्लोकां दे विचार विचों अज पावन श्लोक नंबर 202 नूं विचारन दा यतन करना है। सो कबीर साहब जी इस पावन श्लोक के अंदर फरमान करते ने, कबीर धरती और आकाश में दोए तू बरी अबध, खट दर्शन संसे परे और 84 सिद्ध। ਇਹਦਾ ਟੂਕ ਮਾਤਰ ਅਸੀਂ ਉਚਾਰਨ ਦਾ ਜੇ ਅਸੀਂ ਭੇਦ ਵੀ ਸਮਝ ਲਈਏ ਤੇ ਹੋਰ ਸਾਨੂੰ ਸੌਖਾ ਹੋ ਕੇ ਸਮਝ ਆਵੇਗਾ। ਕਈ ਵਾਰੀ ਅਸੀਂ ਆਕਾਸ਼ ਉਚਾਰਨ ਕਰ ਜਾਂਦੇ ਹਾਂ, ਐੜੇ ਨਾਲ ਇੱਥੇ ਕੰਨਾ ਲੱਗਾ ਹੈ। ਇਹਦਾ ਅਰਥ ਔਰ ਮੀਨਿੰਗ ਤੇ ਸੇਮ ਹੀ ਹੁੰਦਾ, ਪਰ ਕਈ ਵਾਰੀ ਜੋ ਅਸੀਂ ਕੰਨਾ ਲੱਗਾ ਉਹਦਾ ਉਚਾਰਨ ਨਹੀਂ ਕਰਦੇ, ਆਕਾਸ਼ ਬੋਲ ਜਾਂਦੇ ਹਾਂ। ਇੱਥੇ ਆਕਾਸ਼ ਪ੍ਰੋਨਾਉਂਸ ਕਰਨਾ ਹੈ। ਦੋਏ ਤੂੰ ਬਰੀ ਅਬਧ, ਖਟ ਦਰਸ਼ਨ ਸੰਸੇ ਪਰੇ और 84 सिद्ध। ਇਹਦਾ ਜਿਹੜਾ ਪ੍ਰੋਨਾਂਸੀਏਸ਼ਨ ਹੈ ਜੋ ਕਿ ਵਿਆਕਰਨਿਕ ਨਿਯਮਾਂ ਮੁਤਾਬਕ ਜਿਹੜੇ ਕੁਝ ਸਾਡੇ ਜਾਣੇ ਵਿਦਵਾਨ ਸੱਜਣਾ ਨੇ ਇਸ ਢੰਗ ਦੇ ਨਾਲ ਇਹਦੀ ਜਿਹੜੀ ਹੈ ਉਹ ਪ੍ਰੋਨਾਂਸੀਏਸ਼ਨ ਦੱਸੀ ਹੈ ਜੀ। ਹੁਣ ਇਹਦੇ ਅਖਰੀ ਜਿਹੜੇ ਅਰਥ ਨੇ ਉਹ ਇਹ ਨੇ ਕਿ ਕਬੀਰ ਸਾਹਿਬ ਕਹਿੰਦੇ ਨੇ, ਹੇ ਕਬੀਰ, ਆ ਜੋ द्वैत है, द्वंद है, दुविधा है, इस सारी सृष्टि विच बहुत बड़ी है। यानी कि एक दुविधा नूं ही कहा जा रहा है कि यह दुविधा, यह द्वैत, यह द्वंद, तू बहुत बलवान है, तेनू बड़ी औखियाई नाल मुकाया जा सकता है, बड़ी मुश्किलों के नाल तेनू मुकाया जा सकता है। और तू इन्नी बलवान है कि खट दर्शन संसे परे और 84 सिद्ध। क्योंकि प्रकरण जिहड़ा पिछलेरा चलिया आ रहा है और प्रोफैसर साहब सिंह जी इहदे अर्थ इस ढंग दे नाल करदे ने कि हज करन ते कुर्बानी देण वाले मुल्लां, यानी कि जो अपने धार्मिक कर्म कांड निभा रहे ने, इस्लामिक मत दे धारनी, जां जिहड़े सनातनी वीर ने, ठाकुर पूजा करन कराउण वाले, जां ब्राह्मण किते रहे, कहंदे भी 6 भेखां दे त्यागी भी ਉਹ ਵੀ तेरे इस जकड़न दे विच ने, वो भी आजाद नहीं तेरे तो। अर 84 सिद्ध ते 84 सिद्ध भी तेरे तो सहमे पे ने। हुण जिहड़े खट दर्शन ने, इत्थे खट दर्शनां दा जदों असीं सिंपल अखरी अर्थ करांगे ते इन्हां खट दर्शनां दे विच दर्शन दा मतलब फिलोसफी भी हुंदा है कि ये जिहड़े फलसफे ने, ये खट दर्शन ने जिहड़े, या जिहड़े उस टाइम समय दे अंदर कुछ जिहड़े परपाटियां प्रचलित सीगियां, ਉਹ ਸੀਗੀਆਂ ਜੋਗੀ, ਜੰਗਮ, ਸਰੇਵੜੇ, ਜਿਨ੍ਹਾਂ ਨੂੰ ਜੈਨੀ ਸਰੇਵੜੇ ਕਿਹਾ ਜਾਂਦਾ ਸੀਗਾ, ਬੋਧੀ, ਸੰਨਿਆਸੀ ਤੇ ਬੈਰਾਗੀ। ਇਹ ਖਟ ਦਰਸ਼ਨ, ਖਟ ਦਾ ਮਤਲਬ ਹੁੰਦਾ 6। ਉਹ ਕਹਿੰਦੇ ਨੇ ਵੀ ਆ ਵੀ ਭਾਵੇਂ ਇਹਨਾਂ ਦੇ ਆਪਣੇ ਆਪ ਦੇ ਸਾਧਨ ਕੁਝ ਅਪਣਾ ਲਏ ਸੀ, ਜਿਹਦੇ ਰਾਹੀਂ ਇਹ ਜਗਤ ਦੇ ਅੰਦਰ ਧਾਰਮਿਕ ਤੌਰ ਤੇ ਜਾਂ ਰੂਹਾਨੀਅਤ ਦੇ ਤੌਰ ਤੇ ਇਹਨਾਂ ਨੂੰ ਬੜੀਆਂ ਮੱਲਾਂ ਮਾਰੀ ਹੋਈ ਮੰਨਦੇ ਸਨ। पर असल विच ए द्वंद, ए द्वैत, ये लोग भी तेरे तो सहमे पे ने। इहदा मतलब की है कि धार्मिक कर्म कांड निभाउण दे नाल, धार्मिक रिचुअल निभाउण दे नाल, बाहरी तौर ते धर्म नूं अपनाउण दे नाल, या बाहरी तौर ते जो कुछ सिक्ख्यावां इन्हां ने दसियां उन्हां नूं अपनाउण दे नाल ये द्वैत खत्म नहीं हुंदी, ये द्वंद खत्म नहीं हुंदा। ਹੁਣ ਅਸੀਂ ਇਸ ਨੂੰ ਸਮਝਣਾ ਹੈ ਕਿ ਅਸਲ ਵਿੱਚ ਇਹ द्वैत ਹੈ ਕੀ, ਔਰ ਇਹਦਾ ਨਾਸ਼ ਦੋਇ ਤੂ ਬਰੀ ਅਬਧ। ਅਬਧ ਦਾ ਮਤਲਬ ਹੁੰਦਾ ਜਿਹਦਾ ਕਿ ਨਾਸ਼ ਨਹੀਂ ਕੀਤਾ ਜਾ ਸਕਦਾ, ਅਬਧ। ਹੁਣ ਇਸ ਨੂੰ ਖਤਮ ਕਿਵੇਂ ਕੀਤਾ ਜਾ ਸਕਦਾ ਹੈ? ਪਰ ਉਸ ਤੋਂ ਪਹਿਲਾਂ ਸਾਨੂੰ ਸਮਝਣਾ ਪਵੇਗਾ ਕਿ ਇਹ ਹੈ ਕੀ, द्वैत ਹੈ ਕੀ, द्वंद ਹੈ ਕੀ, ਦੁविधा ਹੈ ਕੀ। ਕੀ ਅਸੀਂ ਇਹਦੇ ਸ਼ਿਕਾਰ ਤੇ ਨਹੀਂ? ਕੀ ਜਗਤ ਦੇ ਅੰਦਰ ਜਿਹੜੇ ਸੋ ਕਾਲਡ ਧਰਮੀ ਲੋਕ ਵਿਚਰਦੇ ਨੇ, ਇੰਟੈਲੈਕਚੁਅਲ ਵਿਚਰਦੇ ਨੇ, ਜਿਹੜੇ ਰੱਬ ਨੂੰ ਨਾ ਮੰਨਣ ਵਾਲੇ ਲੋਕ ਵਿਚਰਦੇ ਨੇ, ਕੀ ਉਹਨਾਂ ਦੇ ਜੀਵਨ ਦੇ ਵਿੱਚ ਇਹ ਦੁविधा ਨਹੀਂ ਹੈ, ਇਹ द्वंद ਨਹੀਂ ਹੈ, ਇਹ द्वैत ਨਹੀਂ ਹੈ? ਕੀ ਉਹ ਇਸ द्वैत ਤੋਂ ਆਪਣੇ ਆਪ ਦਾ ਉਹਨਾਂ ਨੇ ਬਚਾਅ ਕਰ ਲਿਆ? ਇਸ ਨੂੰ ਸਮਝਣਾ ਪਵੇਗਾ। ਦੇਖੋ, ਗੁਰਬਾਣੀ ਇੱਕ यूनिवर्सल ट्रुथ है, गुरबाणी सर्व सांझी है। गुरबाणी जिन्नी सिख वास्ते है उन्नी एक
ਉਸ ਮਨੁੱਖ ਵਾਸਤੇ ਵੀ ਹੈ ਜਿਹੜਾ ਰੱਬ ਤੋਂ ਬਿਲਕੁਲ ਮੁਨਕਰ ਹੈ, ਇਨਕਾਰੀ ਹੈ। ਪਰ ਦਵੈਤ ਜਿਹੜੀ ਹੈ, ਦਵੈਤ ਤੇ ਉਸ ਨੂੰ ਵੀ ਚਿੰਬੜੀ ਹੈ। ਇਸ ਕਰਕੇ ਪਾਵਨ ਸਿਧਾਂਤ ਨੂੰ ਸਮਝਣ ਵਾਸਤੇ ਸਾਨੂੰ ਇਹ ਸਮਝਣਾ ਪਵੇਗਾ ਕਿ ਦਵੈਤ ਕਿਹਾ ਕਿਹਨੂੰ ਜਾਂਦਾ ਹੈ, ਦਵੰਦ ਕਿਹਾ ਕਿਹਨੂੰ ਜਾਂਦਾ ਹੈ। ਔਰ ਇਸ ਦਵੰਦ ਦਾ ਨਾ ਗੁਰਬਾਣੀ ਦੇ ਵਿੱਚ ਬੇਅੰਤ ਥਾਵਾਂ ਤੇ ਜ਼ਿਕਰ ਤੁਹਾਨੂੰ ਮਿਲੇਗਾ। ਜਿਹੜੇ ਗੁਰਬਾਣੀ ਦੇ ਅਭਿਆਸੀ ਨੇ ਉਹਨਾਂ ਨੇ ਦੁਵਿਧਾ ਸ਼ਬਦ, ਦਵੰਦ ਸ਼ਬਦ, ਦਵੈਤ ਸ਼ਬਦ ਬਾਣੀ ਦੇ ਅੰਦਰ ਬਹੁਤ ਵਾਰੀ ਸੁਣਿਆ ਹੋਵੇਗਾ, ਪੜਿਆ ਹੋਵੇਗਾ ਔਰ ਸਮਝਿਆ ਵੀ ਹੋਵੇਗਾ। ਪਰ ਜਿੰਨੀ ਕੁ ਤੌਫੀਕ ਸਾਨੂੰ ਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਿਹਨੂੰ ਕੋ ਖਾਕਸਾਰ ਨੂੰ ਗੁਰੂ ਪਾਤਸ਼ਾਹ ਜੀ ਤੌਫੀਕ ਬਖਸ਼ਿਸ਼ ਕਰਦੇ ਨੇ, ਅਸੀਂ ਉਹਦੇ ਮੁਤਾਬਕ ਵਿਚਾਰ ਕਰਨ ਦਾ ਯਤਨ ਕਰਾਂਗੇ। ਸੋ ਦਵੰਦ ਦੇ ਜਦੋਂ ਅਸੀਂ ਡੈਫੀਨੇਸ਼ਨ ਦੇਖਦੇ ਹਾਂ ਕਿ ਦਵੰਦ ਕਹਿੰਦੇ ਕਿਹਨੂੰ ਹੈ, ਮਾਨਸਿਕ ਸੰਘਰਸ਼, ਉਹ ਮਾਨਸਿਕ ਸੰਘਰਸ਼ ਜਿਹਦੇ ਅੰਦਰ ਫੈਸਲਾ ਨਾ ਕਰਨ ਦੀ ਤਾਕਤ ਹੋਵੇ, ਯਾਨੀ ਕਿ ਕੋਈ ਡਿਸੀਜਨ ਤੇ ਕੋਈ ਨਾ ਪਹੁੰਚ ਸਕੇ। ਸੌਖੇ ਸ਼ਬਦਾਂ ਦੇ ਵਿੱਚ ਇਹਨੂੰ ਸਮਝਣਾ ਹੋਵੇ ਕਿ ਜਦੋਂ ਸਾਡੇ ਮਨ ਦੇ ਅੰਦਰ ਦਵੰਦ ਚੱਲਦਾ ਹੈ, ਜਦੋਂ ਸਾਡੇ ਮਨ ਦੇ ਅੰਦਰ ਦਵੈਤ ਚੱਲਦਾ ਹੈ, ਜਦੋਂ ਅਸੀਂ ਕੋਈ ਡਿਸੀਜਨ ਲੈਣਾ ਚਾਹੁੰਦੇ ਹਾਂ ਔਰ ਇੱਕ ਤੋਂ ਜਾਂ ਇਸ ਤੋਂ ਜ਼ਿਆਦਾ ਪਰਸਪਰ ਵਿਚਾਰ ਜਿਹੜੇ ਨੇ ਸਾਡੇ ਮਾਈਂਡ ਦੇ ਵਿੱਚ ਆ ਕੇ ਇਕੱਠੇ ਹੋ ਜਾਂਦੇ ਨੇ ਔਰ ਅਸੀਂ ਕੋਈ ਫੈਸਲਾ ਨਹੀਂ ਕਰ ਪਾਉਂਦੇ, ਅਸੀਂ ਕੋਈ ਡਿਸੀਜਨ ਨਹੀਂ ਲੈ ਪਾਉਂਦੇ, ਉਸ ਨੂੰ ਦਵੰਦ ਕਿਹਾ ਜਾਂਦਾ ਹੈ। ਵਿਚਾਰ ਦੇ ਅੰਦਰ ਖਚਤ ਹੋ ਜਾਂਦਾ ਹੈ, ਐਸੇ ਵਿਚਾਰਾਂ ਦੇ ਅੰਦਰ ਆਪਣੇ ਡਿਸੀਜਨ ਲੈ ਨਹੀਂ ਪਾਉਂਦਾ, ਤੇ ਫਿਰ ਜਿਹੜੀ ਹਾਲਤ ਹੁੰਦੀ ਹੈ ਉਹ ਹਾਲਤ ਬਹੁਤ ਜ਼ਿਆਦਾ ਦੁਖਦਾਈ ਹੁੰਦੀ ਹੈ, ਉਹ ਹਾਲਤ ਬੜੀ ਪਰੇਸ਼ਾਨੀ ਭਰੀ ਹੁੰਦੀ ਹੈ, ਉਹ ਹਾਲਤ ਬੜੀ ਦੁੱਖ ਭਰੀ ਹੁੰਦੀ ਹੈ। ਐਸੇ ਹਾਲਾਤ ਜਿਹੜੇ ਨੇ ਇਹ ਸਾਡੇ ਕੌਨਸ਼ੀਅਸ ਰੂਪ ਦੇ ਅੰਦਰ ਵੀ ਹੁੰਦੀ ਹੈ, ਭਾਵ ਕਿ ਜਦੋਂ ਅਸੀਂ ਕੌਨਸ਼ੀਅਸ ਮਾਈਂਡ ਦੇ ਨਾਲ ਜਗਤ ਦੇ ਅੰਦਰ ਵਿਚਰਦੇ ਹਾਂ, ਜਦੋਂ ਇੱਕ ਕੌਨਸ਼ੀਅਸ ਤੌਰ ਤੇ ਉੱਤੇ ਵੀ ਕਈ ਵਾਰੀ ਇਹ ਡਿਸੀਜਨ ਨਹੀਂ ਲੈ ਪਾਉਂਦਾ, ਪਰ ਜੇ ਅਸੀਂ ਸੋਚ ਲਈਏ ਕਿਤੇ ਨਾ ਕਿਤੇ ਅਨਕੌਨਸ਼ੀਅਸ ਮਾਈਂਡ ਦੇ ਵਿੱਚ ਵੀ ਸਿਆਣੇ ਜਿਹੜੀ ਦਾਣੇ ਸੱਜਣ ਸਟੱਡੀ ਕਰਦੇ ਨੇ, ਉਹਨਾਂ ਨੇ ਇਹ ਸਟੱਡੀ ਕੱਢੀ ਤੇ ਉਹਨਾਂ ਨੇ ਖੋਜ ਕੀਤੀ ਤੇ ਉਹਨਾਂ ਨੇ ਪਾਇਆ ਕਿ ਕਿਤੇ ਨਾ ਕਿਤੇ ਅਨਕੌਨਸ਼ੀਅਸ ਮਾਈਂਡ ਦੇ ਵਿੱਚ ਵੀ ਐਸੀ ਸਥਿਤੀ ਸਾਡੀ ਰਹਿੰਦੀ ਹੈ ਔਰ ਅਨਕੌਨਸ਼ੀਅਸ ਮਾਈਂਡ ਜਿਹੜਾ ਹੈ ਉਹ ਵੀ ਸਾਨੂੰ ਪਰੇਸ਼ਾਨੀ ਦੇ ਗਰਭ ਦੇ ਵਿੱਚ ਢਕੇਲਦਾ ਹੈ ਔਰ ਬੰਦੇ ਦੀ ਪਰਸਨੈਲਿਟੀ ਦੇ ਵਿੱਚ ਟੋਟਲੀ ਡਿਸਆਰਡਰਸ ਆਣੇ ਸ਼ੁਰੂ ਹੋ ਜਾਂਦੇ ਨੇ। ਹੁਣ ਅਸੀਂ ਇਹਨੂੰ ਸਮਝਣਾ ਹੈ ਕਿ ਜੇ ਕਿਤੇ ਇਸ ਨੂੰ ਕੰਟਰੋਲ ਨਾ ਕੀਤਾ ਜਾਵੇ, ਕਿਉਂਕਿ ਜਿਵੇਂ ਸ਼ਲੋਕ ਸਾਨੂੰ ਬਖਸ਼ਿਸ਼ ਕਰ ਰਿਹਾ ਹੈ ਗਿਆਨ ਕਿ ਧਰਤੀ ਔਰ ਆਕਾਸ਼ ਮੈਂ, ਯਾਨੀ ਕਿ ਸਾਰੀ ਕਾਇਨਾਤ ਦੇ ਵਿੱਚ ਪੂਰੀ ਦੁਨੀਆ ਦੇ ਅੰਦਰ ਦੋਏ ਤੋਂ ਬੜੀ ਆਬਾਦ ਇਹ ਦਵੈਤ ਤੇਰਾ ਨਾਸ ਨਹੀਂ ਕੀਤਾ ਜਾ ਸਕਦਾ। ਵੱਡੇ ਵੱਡੇ ਧਰਮੀ, ਵੱਡੇ ਵੱਡੇ ਸਾਧਨਾ ਕਰਨ ਵਾਲੇ ਲੋਕ, ਵੱਡੇ ਵੱਡੇ ਜਿਹੜੇ ਨੇ ਆਪਣੇ ਆਪ ਨੂੰ ਲਾਈਟ ਆਫ ਏਸ਼ੀਆ ਖਵਾਉਣ ਵਾਲੇ ਲੋਕ, ਇਹ ਵੀ ਤੇਰਾ ਸ਼ਿਕਾਰ ਰਹੇ ਨੇ। ਇੱਕ ਨਿੱਕੀ ਜਿਹੀ ਘਟਨਾ ਮੈਂ ਆਪਦੇ ਸਾਹਮਣੇ ਆਪਦੇ ਨਾਲ ਸਾਂਝੀ ਕਰਾਂ ਤੇ ਇਸ ਤੋਂ ਬਾਅਦ ਅਸੀਂ ਆਪਣੀ ਇਸ ਵਿਚਾਰ ਨੂੰ ਅੱਗੇ ਤੋਰਾਂਗੇ। ਖਟ ਦਰਸ਼ਨ ਦੇ ਵਿੱਚ ਨਾ ਇੱਕ ਬੋਧੀ ਵੀ ਆ ਰਹੇ ਨੇ, ਜਿਹਨੂੰ ਅਸੀਂ ਲਾਈਟ ਆਫ ਏਸ਼ੀਆ ਕਹਿੰਦੇ ਆ, ਬੁੱਧ। ਉਹਦੇ ਲਾਈਫ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਕਿ ਜਦੋਂ ਉਹ ਆਪਣੇ ਮਹਿਲਾਂ ਨੂੰ ਤਿਆਗ ਦਿੰਦਾ ਹੈ ਨਾ, ਛੱਡ ਦਿੰਦਾ ਹੈ, ਤੇ ਫਿਰ ਉਹ ਜੰਗਲਾਂ ਦੇ ਵਿੱਚ ਭਟਕਦਾ ਹੈ। ਉਹ ਸੋਚਦਾ ਹੈ ਕਿ ਗਿਆਨ ਨੂੰ ਹਾਸਲ ਕਰਨ ਦੇ ਵਾਸਤੇ ਮੈਨੂੰ ਤਿਆਗ ਕਰਨਾ ਪਵੇਗਾ। ਉਹ ਸੋਚਦਾ ਹੈ ਕਿ ਕਿਤੇ ਰੱਬ ਨੂੰ ਪ੍ਰਾਪਤ ਕਰਨ ਦੇ ਵਾਸਤੇ ਭੁੱਖਾ ਰਹਿਣਾ ਚਾਹੀਦਾ ਹੈ, ਸੁਖ ਐਸ਼ ਆਰਾਮ ਛੱਡ ਦੇਣੇ ਚਾਹੀਦੇ ਨੇ। ਦਵੈਤ ਪੈਦਾ ਹੋ ਗਿਆ, ਵਿਚਾਰ ਪੈਦਾ ਹੋ ਗਿਆ, ਮੈਂ ਰੱਬ ਨੂੰ ਪ੍ਰਾਪਤ ਵੀ ਕਰਨਾ ਹੈ ਤੇ ਮਹਿਲ ਵਿੱਚ ਰਹਿ ਕੇ ਨਹੀਂ ਕਰਨਾ। ਮੈਂ ਰੱਬ ਨੂੰ ਪ੍ਰਾਪਤ ਉਹਦੀ ਖੋਜ ਵੀ ਕਰਨੀ ਹੈ, ਗਿਆਨ ਦੀ ਖੋਜ ਵੀ ਕਰਨੀ ਹੈ, ਪਰ ਮਹਿਲ ਵਿੱਚ ਰਹਿ ਕੇ ਨਹੀਂ ਕਰਨਾ, ਪਰਿਵਾਰ ਵਿੱਚ ਰਹਿ ਕੇ ਨਹੀਂ ਕਰਨਾ, ਅੰਨ ਦਾ ਤਿਆਗ ਕਰ ਦੇਣਾ ਹੈ। ਤੇ ਕਹਿੰਦੇ ਨੇ ਜਿਹੜਾ ਬੁੱਧ ਸੀ ਨਾ, ਮਹਾਤਮਾ ਬੁੱਧ, ਵੈਸੇ ਫਿਲਾਸਫੀ ਜਿਹੜੀ ਹੈ ਬਹੁਤ ਹੱਦ ਤੱਕ ਸਿੱਖੀ ਦੇ ਨਾਲ ਰਿਲੇਟ ਹੁੰਦੀ ਹੈ, ਪਰ ਕੁਝ ਹੱਦ ਤੱਕ ਜਿਹੜੇ ਨੇ ਉਹਨਾਂ ਦੇ ਜਿਹੜੇ ਸਿਧਾਂਤ ਨੇ ਉਹ ਸਿੱਖੀ ਦੇ ਨਾਲ ਨਹੀਂ ਰਲਦੇ। ਮਹਾਤਮਾ ਬੁੱਧ ਕਹਿੰਦੇ ਜਦੋਂ ਜੰਗਲ ਦੇ ਵਿੱਚ ਚਲਾ ਗਿਆ, ਇੱਕ ਸੁਨਸਾਨ ਰਾਹ ਦੇ ਉੱਤੇ ਬੈਠਾ ਹੈ, ਉਸਨੇ ਸਾਰਾ ਕੁਝ ਖਾਣਾ ਪੀਣਾ ਤਿਆਗ ਦਿੱਤਾ, ਸਰੀਰ ਪਿੰਜਰ ਹੋ ਗਿਆ ਸੀ ਬਿਲਕੁਲ। ਕਹਿੰਦੇ ਜਿਹੜਾ ਸਰੀਰ ਹੈ ਨਾ ਉਹ ਬਿਲਕੁਲ ਐਸਾ ਹੋ ਗਿਆ ਜਿੱਦਾਂ ਇੱਕ ਸੁੱਕਾ ਹੋਇਆ ਗੰਨਾ ਹੁੰਦਾ ਹੈ ਨਾ, ਕਿਸੇ ਨੇ ਵੇਖਿਆ ਹੋਵੇ ਪੈਲੀ ਦੇ ਵਿੱਚ ਗੰਨਾ ਪਿਆ ਹੋਵੇ ਜਿਹਦੇ ਵਿੱਚ ਰਸ ਨਹੀਂ ਹੁੰਦਾ। ਕਹਿੰਦੇ ਕਿ ਸਰੀਰ ਸੁੱਕੇ ਹੋਏ ਗੰਨੇ ਦੀ ਤਰ੍ਹਾਂ ਹੋ ਗਿਆ ਸੀ, ਪੀਲਾ ਪੈ ਗਿਆ ਸੀ। ਉਹਦੀ ਸਕਿਨ ਜਿੱਥੇ ਹੱਥ ਮਾਰਦਾ ਸੀ ਉੱਥੋਂ ਝੜ ਜਾਂਦੀ ਸੀ, ਕਿਉਂਕਿ ਖੁਰਾਕ ਹੀ ਨਹੀਂ ਖਾਧੀ। ਜਦੋਂ ਅੰਦਰ ਖੁਰਾਕ ਨਹੀਂ ਗਈ ਤੇ ਸਕਿਨ ਜਿਹੜੀ ਨੇ ਐਸੀ ਹੋ ਗਈ ਸੀ ਵੀ ਉੱਥੇ ਹੱਥ ਮਾਰਿਆ ਤੇ ਝੜ ਜਾਂਦੀ ਸੀ। ਅੱਖਾਂ ਅੰਦਰ ਚਲੀਆਂ ਗਈਆਂ ਸੀ, ਡੂੰਘੀਆਂ ਹੋ ਗਈਆਂ ਸੀ, ਬਿਲਕੁਲ ਸਰੀਰ ਤੇ ਮਾਸ ਨਹੀਂ ਰਿਹਾ।
ਉਹ ਕਹਿੰਦੇ ਢਿੱਡ ਸੀ ਜਿਹੜਾ ਮਹਾਤਮਾ ਬੁੱਧ ਦਾ, ਉਹ ਢਿੱਡ ਜਿਹੜਾ ਨੇ ਨਾ ਉਹ ਬਿਲਕੁਲ ਉਹਦੀ ਕਮਰ ਦੇ ਨਾਲ ਲੱਗ ਗਿਆ ਸੀ, ਯਾਨੀ ਕਿ ਉਹਦੇ ਢਿੱਡ ਤੋਂ ਰੀੜ੍ਹ ਦੀ ਹੱਡੀ ਨਜ਼ਰ ਆਉਂਦੀ ਸੀ, ਐਸੀ ਉਹਦੀ ਹਾਲਾਤ ਹੋ ਗਈ ਸੀ। ਤੇ ਐਸੇ ਹਾਲਾਤ ਦੇ ਅੰਦਰ ਨਾ ਉਹਨੂੰ ਰੋਜ਼ਾਨਾ ਕਹਿੰਦੇ ਇੱਕ ਬੀਬੀ ਆਉਂਦੀ ਹੁੰਦੀ ਸੀ, ਜਿਹੜੀ ਆ ਕੇ ਨਾ ਥੋੜੀ ਜਿਹੀ ਉਹਨੂੰ ਖੀਰ ਖਵਾਉਂਦੀ ਹੁੰਦੀ ਸੀ, ਤੇ ਇੱਕ ਹੱਥ ਅੱਗੇ ਕਰਦਾ ਸੀ, ਇੱਕ ਚਮਚਾ ਲੈਂਦਾ ਸੀ ਖੀਰ ਦਾ ਤੇ ਖਾ ਲੈਂਦਾ ਸੀ। ਇਸ ਤੋਂ ਅੱਗੇ ਉਹ ਨਹੀਂ ਸੀ ਖਾਂਦਾ ਕਿ ਮੈਂ ਜਿਉਂਦਾ ਰਵਾਂ ਬਸ। ਮਨ ਵਿੱਚ ਸੰਸਾ ਹੈ, ਮਨ ਵਿੱਚ ਸਹਿਮ ਹੈ, ਮਨ ਦੇ ਅੰਦਰ ਦਵੈਤ ਹੈ, ਦੁਬਿਧਾ ਹੈ ਕਿ ਸ਼ਾਇਦ ਇਸ ਢੰਗ ਦੇ ਨਾਲ ਮੈਂ ਉਸ ਗਿਆਨ ਨੂੰ ਹਾਸਲ ਕਰ ਸਕਦਾ ਹਾਂ। ਤੇ ਇੱਕ ਦਿਨ ਕੀ ਹੋਇਆ ਕਿ ਐਸੀ ਅਵਸਥਾ ਦੇ ਵਿੱਚ ਹੀ ਜੀ ਰਿਹਾ ਸੀਗਾ, ਦੋ ਵਜੰਤਰੀ ਉੱਥੋਂ ਲੰਘੇ ਸੀਗੇ। ਵਜੰਤਰੀ ਜਿਹੜੇ ਤੁਸੀਂ ਦੇਖੇ ਨੇ ਸਾਜ਼ ਵਜਾਉਂਦੇ ਨੇ, ਸਰੰਗੀ ਵਜਾਉਂਦੇ ਨੇ, ਇੱਕ ਗਾਉਣ ਵਾਲਾ ਸੀ, ਇੱਕ ਸਰੰਗੀ ਵਜਾਉਣ ਵਾਲਾ ਸੀ। ਤੇ ਕਹਿਣ ਲੱਗੇ ਵੀ ਅੱਜ ਗਾਉਣ ਵਾਲਾ ਕਹਿਣ ਲੱਗਾ ਤੇਰੀ ਸਰੰਗੀ ਦੀ ਆਵਾਜ਼ ਨਹੀਂ ਠੀਕ ਆ ਰਹੀ ਸੀ। ਤੇ ਉਹ ਕਹਿੰਦਾ ਵੀ ਉਸਤਾਦ ਕੀ ਕਾਰਨ ਹੈ? ਕਹਿੰਦਾ ਕਾਰਨ ਇਹ ਹੈ ਕਿ ਤੂੰ ਸ਼ਾਇਦ ਸਰੰਗੀ ਨੂੰ ਬਹੁਤ ਜ਼ਿਆਦਾ ਕੱਸ ਦਿੱਤਾ, ਉਹਨੇ ਜ਼ਿਆਦਾ ਕੱਸਿਆ ਤਾਂ ਵੀ ਸਾਊਂਡ ਜਿਹੜੀ ਠੀਕ ਨਹੀਂ ਆਈ। ਉਹ ਕਹਿੰਦਾ ਥੋੜਾ ਢਿੱਲਾ ਕਰਿਆ, ਹੋਰ ਤਾਰਾਂ ਢਿੱਲੀਆਂ ਕਰ ਦਿੱਤੀਆਂ, ਤੇ ਜਦੋਂ ਤਾਰਾਂ ਜ਼ਿਆਦਾ ਢਿੱਲੀਆਂ ਹੋ ਗਈਆਂ ਤਾਂ ਵੀ ਆਵਾਜ਼ ਨਹੀਂ ਆਈ। ਤੇ ਉਹ ਕਹਿਣ ਲੱਗਾ ਨਹੀਂ, ਬਰਾਬਰ ਕੱਸ, ਇਹਦੇ ਅੰਦਰ ਬਰਾਬਰਤਾ ਚਾਹੀਦੀ ਹੈ, ਬੈਲੈਂਸ ਚਾਹੀਦਾ ਹੈ ਕਿ ਇੰਨੀ ਜ਼ਿਆਦਾ ਵੀ ਨਾ ਕੱਸ ਕਿ ਤਾਰਾਂ ਟੁੱਟ ਜਾਣ, ਔਰ ਇੰਨਾ ਢਿੱਲਾ ਵੀ ਨਾ ਛੱਡ ਕਿ ਤੇਰੇ ਇਸ ਸਾਜ਼ ਵਿੱਚੋਂ ਆਵਾਜ਼ ਹੀ ਨਾ ਆਵੇ। ਬੁੱਧ ਨੇ ਇਹ ਗੱਲ ਸੁਣੀ, ਔਰ ਉਸ ਦਿਨ ਉਹ ਬੀਬੀ ਜਿਹੜੀ ਖੀਰ ਦੇ ਲੈ ਕੇ ਆਈ ਸੀ ਨਾ, ਉਹਨੇ ਉਹ ਖੀਰ ਲਈ, ਔਰ ਉਹ ਖੀਰ ਲੈ ਕੇ ਅੱਜ ਹੱਥ ਨਹੀਂ ਅੱਗੇ ਕੀਤਾ, ਕਹਿੰਦਾ ਪੂਰਾ ਬਾਟਾ ਰੱਖ ਦੇ। ਉਹ ਪੂਰਾ ਬਾਟਾ ਖਾਦਾ ਤੇ ਉਸ ਨੂੰ ਸਮਝ ਆ ਗਈ ਸੀ ਕਿ ਭੁੱਖਿਆ ਰਹਿਣ ਦੇ ਨਾਲ ਨਾ ਰੱਬ ਨਹੀਂ ਮਿਲਦਾ, ਭੁੱਖਿਆ ਰਹਿਣ ਦੇ ਨਾਲ ਰੱਬ ਨਹੀਂ ਮਿਲਦਾ। ਇਹ ਇੱਕ ਵਿਚਾਰ ਮੈਂ ਉਸ ਖੱਟ ਦਰਸ਼ਨ ਦੇ ਵਿੱਚੋਂ ਤੁਹਾਡੇ ਸਾਹਮਣੇ ਰੱਖੀ ਹੈ ਕਿ ਸਾਨੂੰ ਸੌਖਿਆ ਸਮਝ ਆ ਜਾਵੇ, ਕਿਉਂਕਿ ਜਦੋਂ ਅਸੀਂ ਕੇਵਲ ਫਿਲਾਸਫੀ ਦੇ ਪੱਧਰ ਤੇ ਦੇਖਾਂਗੇ ਸ਼ਾਇਦ ਸਾਨੂੰ ਕਈ ਗੱਲ ਉਸ ਲੈਵਲ ਤੇ ਜਿਹੜੀ ਅਪਰੋਚ ਨਾ ਕਰ ਸਕੇ। ਪਰ ਜਦੋਂ ਅਸੀਂ ਐਸੇ ਇਤਿਹਾਸਕ ਜਿਹੜੇ ਨੇ ਕੁਝ ਸਾਡੀਆਂ ਝਲਕੀਆਂ ਨੇ, ਕੁਝ ਸਾਡੇ ਸੋਮੇ ਨੇ, ਜਿਨ੍ਹਾਂ ਦੇ ਵਿੱਚੋਂ ਸਾਨੂੰ ਐਸੀ ਘਟਨਾਵਾਂ ਮਿਲਦੀਆਂ ਨੇ, ਸੌਖਾ ਸਮਝ ਆ ਸਕਦਾ ਹੈ ਕਿ ਸੰਸਾ ਕਿੱਡੀ ਵੱਡੀ ਹੈ ਕਿ ਜਿਹਦੇ ਵਿੱਚ ਇਨਸਾਨ ਡਿਸੀਜਨ ਨਹੀਂ ਲੈ ਸਕਦਾ, ਉਸ ਨੂੰ ਆਪਣੀ ਲਾਈਫ ਦਾ ਡਿਸੀਜਨ ਬਾਰੇ ਪਤਾ ਨਹੀਂ ਹੁੰਦਾ। ਸੋ ਇਹਦਾ ਰਿਜ਼ਲਟ ਕੀ ਹੁੰਦਾ ਹੈ? ਹੁਣ ਅਸੀਂ ਇਹਦੀ ਵਿਚਾਰ ਨੂੰ ਅਸੀਂ ਅੱਗੇ ਤੋਰਦੇ ਹਾਂ ਕਿ ਦਵੰਦ ਦਾ ਜੇ ਲਾਈਫ ਦੇ ਵਿੱਚ ਇੱਕ ਕੰਟੀਨਿਊਟੀ ਦੇ ਨਾਲ ਰਵੇ ਸਾਡੀ, ਤੇ ਇਹਦਾ ਰਿਜ਼ਲਟ ਕੀ ਹੁੰਦਾ ਹੈ? ਇਹਦਾ ਰਿਜ਼ਲਟ ਹੁੰਦਾ ਹੈ ਕਿ ਮਨੁੱਖ ਦੀ ਜਿਹੜੀ ਮਾਨਸਿਕ ਸ਼ਕਤੀ ਹੈ ਘਟਦੀ ਚਲੀ ਜਾਂਦੀ ਹੈ। ਇੱਥੋਂ ਤੱਕ ਚਲਾ ਜਾਂਦਾ ਹੈ ਕਿ ਇਹ ਅਨਰੈਸਟ ਹੋ ਜਾਂਦਾ ਹੈ, ਬੇਚੈਨੀ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ, ਚਿੰਤਾਤੁਰ ਹੋ ਜਾਂਦਾ ਹੈ, ਡਿਪਰੈਸ਼ਨ ਦੇ ਵਿੱਚ ਚਲਾ ਜਾਂਦਾ ਹੈ, ਖਿਜਿਆ ਰਹਿੰਦਾ ਹੈ। ਕਾਰਨ ਹੈ ਕਿ ਇਹ ਆਪਣੇ ਡਿਸੀਜਨ ਨਹੀਂ ਲੈ ਪਾਉਂਦਾ, ਮਨ ਵਿੱਚ ਬਹੁਤ ਸਾਰੇ ਸਵਾਲ, ਔਰ ਉਹਨਾਂ ਸਵਾਲਾਂ ਦੇ ਕਦੇ ਇਹ ਸੋਚਦਾ ਵੀ ਇਹ ਜਵਾਬ ਠੀਕ ਹੈ, ਕਦੇ ਸੋਚਦਾ ਇਹ ਜਵਾਬ ਠੀਕ ਹੈ, ਮੇਰਾ ਉਹ ਡਿਸੀਜਨ ਗਲਤ ਸੀ, ਜੇ ਮੈਂ ਉਸ ਵੇਲੇ ਇਹ ਡਿਸੀਜਨ ਲੈ ਲੈਂਦਾ ਜਿਹੜਾ ਮੈਂ ਅੱਜ ਸੋਚ ਰਿਹਾ, ਸ਼ਾਇਦ ਮੇਰੀ ਲਾਈਫ ਸੌਖੀ ਹੁੰਦੀ। ਐਸੇ ਹਾਲਾਤ ਦੇ ਅੰਦਰ ਬੇਚੈਨੀ ਔਰ ਅਨਰੈਸਟ ਪੈਦਾ ਹੁੰਦਾ ਹੈ, ਔਰ ਇੱਥੋਂ ਤੱਕ ਕਿ ਬੰਦਾ ਸੁਸਾਈਡ ਜਿਹੜੀ ਸੋਚ ਹੈ, ਜਿੱਥੇ ਜਾ ਕੇ ਬੰਦਾ ਸੁਸਾਈਡ ਕਰ ਜਾਂਦਾ ਹੈ, ਇਹ ਵੀ ਇਸੇ ਹੀ ਇੱਕ ਸੋਚ ਦੇ ਵਿੱਚੋਂ ਨਿਕਲ ਕੇ ਆਉਂਦੀ ਹੈ। ਸਟੱਡੀ ਦੱਸਦੀ ਹੈ ਕਿ ਇਹ ਫਸਟ ਸਟੈਪ ਹੈ ਕਿ ਜਦੋਂ ਬੰਦਾ ਦੁਚਿੱਤੇਪਨ ਵਿੱਚ ਹੁੰਦਾ ਹੈ, ਜਦੋਂ ਬੰਦਾ ਡੁਐਲਿਟੀ ਵਿੱਚ ਹੁੰਦਾ ਹੈ, ਜਦੋਂ ਬੰਦਾ ਦੁਵਿਧਾ ਵਿੱਚ ਹੁੰਦਾ ਹੈ। ਸੋ ਅਸੀਂ ਜਾਣਾਂਗੇ, ਥੋੜਾ ਜਿਹਾ ਡੀਪ ਇਸ ਨੂੰ ਜਾਣਨ ਦਾ ਯਤਨ ਕਰਾਂਗੇ, ਕਿਉਂਕਿ ਬੜਾ ਬਾਕਮਾਲ ਸ਼ਲੋਕ ਹੈ, ਔਰ ਸਾਡੀ ਲਾਈਫ ਦੇ ਵਿੱਚ, ਸਾਡੀ ਪਰਸਨਲ ਲਾਈਫ ਦੇ ਵਿੱਚ ਕੰਮ ਆਉਣ ਵਾਲੀ ਇਹ ਚੀਜ਼ਾਂ ਨੇ ਜਿਹੜੀ ਕਬੀਰ ਸਾਹਿਬ ਜੀ ਜ਼ਿਕਰ ਕਰ ਰਹੇ ਨੇ, ਕਿ ਕੇਵਲ ਧਰਮੀ ਲੋਕਾਂ ਦਾ ਕਨਸੈਪਟ ਨਹੀਂ ਹੈ ਇਹ ਗੁਰਬਾਣੀ। ਕੇਵਲ ਇਹ ਨਹੀਂ ਕਿ ਇਹ ਸਿਰਫ ਇੱਕ ਪ੍ਰਚਾਰ ਤੱਕ ਸੀਮਤ ਰਹੇ, ਨਹੀਂ, ਇਹ ਸਾਡੀ ਜੀਵਨ ਦੇ ਨਾਲ ਰਿਲੇਟ ਕਰਦੀ ਬਾਣੀ ਹੈ, ਜਿਹੜੀ ਸਾਨੂੰ ਹਰ ਪਲ ਹਰ ਵੇਲੇ ਸੇਧ ਦੇ ਰਹੀ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ, ਇਹ ਬੰਦਿਆ, ਜੇ ਤੂੰ ਆਪਣੇ ਜੀਵਨ ਦੇ ਅੰਦਰ ਬੇਚੈਨੀ ਨੂੰ ਖਤਮ ਕਰਨਾ ਚਾਹੁੰਦਾ ਹੈ, ਅਨਰੈਸਟ ਨੂੰ ਖਤਮ ਕਰਨਾ ਚਾਹੁੰਦਾ ਹੈ, ਜੇ ਤੂੰ ਕੋਈ ਡਿਸੀਜਨ ਲੈਣਾ ਚਾਹੁੰਦਾ ਹੈ ਔਰ ਉਸ ਡਿਸੀਜਨ ਦੇ ਉੱਤੇ ਪੂਰਨ ਤੌਰ ਤੇ ਤੈਨੂੰ ਭਰੋਸਾ ਤੇ ਵਿਸ਼ਵਾਸ ਹੋਵੇ, ਐਸੀ ਅਵਸਥਾ ਮਾਈਂਡ ਦੀ ਚਾਹੁੰਦਾ ਹੈ, ਤੇ ਤੈਨੂੰ ਇਸ ਦੁਵਿਧਾ ਨੂੰ, ਇਸ ਦਵੰਦ ਨੂੰ, ਇਸ ਦਵੈਤ ਨੂੰ ਸਮਝਣਾ ਪਵੇਗਾ। ਬਾਣੀ ਦੇ ਵਿੱਚ ਇੱਕ ਪ੍ਰਮਾਣ ਹੁੰਦਾ ਹੈ, ਦੁਵਿਧਾ ਵਿੱਚ ਬੈਰਾਗ ਹੋਈ ਅਬਲਗ ਦੂਜੀ ਰਾਈ। ਰਾਈ ਤੁਸੀਂ ਦੇਖੀ ਹੋਣੀ, ਛੋਟਾ ਜਿਹਾ ਇੱਕ ਦਾਣਾ ਹੁੰਦਾ ਹੈ, ਤੇ ਗੁਰੂ ਸਾਹਿਬ ਕਹਿੰਦੇ ਨੇ ਕਿ ਜੇ ਕਿਸੇ ਦੇ ਮਨ ਵਿੱਚ ਦੁਵਿਧਾ ਹੈ, ਦਵੈਤ ਹੈ, ਦਵੰਦ ਹੈ, ਉਹਦੇ ਲਾਈਫ ਦੇ ਅੰਦਰ, ਉਹਦੀ ਜੀਵਨ ਦੇ ਵਿੱਚ ਕਦੇ ਵੀ ਸੁੱਖ ਨਹੀਂ ਆ ਸਕਦਾ।
ਉਹ ਬੈਰਾਗ ਨੂੰ ਹਾਸਲ ਨਹੀਂ ਕਰ ਸਕਦਾ, ਉਹ ਉਸ ਪਿਆਰ ਔਰ ਉਸ ਸ਼ਾਂਤ ਮਨ ਵਾਲੀ ਅਵਸਥਾ ਨੂੰ ਹਾਸਲ ਨਹੀਂ ਕਰ ਸਕਦਾ ਜੇ ਰਾਈ ਜਿੰਨਾ ਵੀ ਮਨ ਵਿੱਚ ਦਵੰਦ ਹੈ, ਜੇ ਰਾਈ ਜਿੰਨੀ ਵੀ ਮਨ ਵਿੱਚ ਦ્વੈਤ ਹੈ, ਜੇ ਰਾਈ ਜਿੰਨੀ ਵੀ ਮਨ ਦੇ ਅੰਦਰ ਉਹ ਦੁਬਿਧਾ ਹੈ, ਤਾਂ ਉਹ ਉਸ ਲੈਵਲ ਤੇ ਜਾ ਨਹੀਂ ਸਕਦਾ, ਉਸ ਲੈਵਲ ਤੇ ਪਹੁੰਚ ਨਹੀਂ ਸਕਦਾ। ਹੁਣ ਇਸ ਨੂੰ ਸਮਝੀਏ ਕਿ ਅਸਲ 'ਚ ਇਹਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ, ਕਿਵੇਂ ਹੁੰਦੀ ਹੈ ਔਰ ਇਸ ਨੂੰ ਖਤਮ ਕਿਵੇਂ ਕੀਤਾ ਜਾ ਸਕਦਾ ਹੈ। ਗੁਰਬਾਣੀ ਦੇ ਬਹੁਤ ਸਾਰੇ ਪ੍ਰਮਾਣ ਹੋਰ ਵੀ ਨੇ, ਅਸੀਂ ਅੱਗੇ ਜਾ ਕੇ ਇਹਦਾ ਡਿਸਕਸ ਕਰਨ ਦਾ ਅਸੀਂ ਯਤਨ ਕਰਾਂਗੇ। ਸੋ ਜਿਹੜੀ ਦ્વੈਤ ਹੈ, ਤੁਸੀਂ ਆਪਣੇ ਨਾਲ ਇਸ ਨੂੰ ਰਿਲੇਟ ਕਰ ਸਕਦੇ ਹੋ, ਕਿਉਂਕਿ ਅਸੀਂ ਸਾਰੇ ਹੀ ਸਿੱਖ ਹਾਂ। ਸਿੱਖ ਦਾ ਮਤਲਬ ਹੁੰਦਾ ਹੈ ਸਿੱਖਣਾ। ਸਿੱਖ ਰੋਜ਼ਾਨਾ ਨਵੀਂ ਚੀਜ਼ ਸਿੱਖਦਾ ਹੈ। ਸਿੱਖ ਕਦੇ ਵੀ ਇਹ ਦਾਅਵਾ ਨਹੀਂ ਕਰਦਾ ਕਿ ਮੈਂ ਹੁਣ ਸੰਪੂਰਨ ਗਿਆਨ ਨੂੰ ਹਾਸਲ ਕਰ ਲਿਆ ਹੈ। ਸਿੱਖ ਸ਼ਬਦ ਹੀ ਇਸ ਕਰਕੇ ਗੁਰੂ ਸਾਹਿਬ ਨੇ ਦਿੱਤਾ ਸੀ, ਅਸੀਂ ਰੋਜ਼ਾਨਾ ਸਿੱਖਣਾ ਹੈ, ਨਵਾਂ ਸਿੱਖਣਾ ਹੈ। ਔਰ ਗੁਰਬਾਣੀ ਦਾ ਗਿਆਨ ਸਾਨੂੰ ਇਹ ਤਾਕੀਦ ਕਰਦਾ ਹੈ ਕਿ ਅਸੀਂ ਰੋਜ਼ਾਨਾ ਆਪਣੇ ਗਿਆਨ ਦੇ ਅੰਦਰ ਵਾਧਾ ਕਰਨਾ ਹੈ ਔਰ ਸਵੈ ਪੜਚੋਲ ਕਰਨੀ ਹੈ ਕਿ ਮੈਂ ਅੱਜ ਕੀ ਨਵਾਂ ਸਿੱਖਿਆ ਔਰ ਕਿੰਨਾ ਆਪਣੇ ਜੀਵਨ ਦੇ ਉੱਤੇ ਉਸ ਨੂੰ ਇੰਪਲੀਮੈਂਟ ਕੀਤਾ। ਹੁਣ ਜਿਹੜੀ ਦ્વੈਤ ਹੈ, ਪਹਿਲਾ ਜਿਹੜਾ ਇਹਦਾ ਪਾਰਟ ਹੁੰਦਾ ਹੈ ਨਾ, ਇਹਦਾ ਪੋਜ਼ਿਟਿਵ ਉਦੇਸ਼ ਵੀ ਹੁੰਦਾ ਹੈ। ਜਿਵੇਂ ਤੁਹਾਡੇ ਕੋਲ ਇੱਕ ਪੋਜ਼ਿਟਿਵ ਉਦੇਸ਼ ਦੇ ਰੂਪ ਦੇ ਵਿੱਚ ਇਹ ਮਨ ਦੇ ਅੰਦਰ ਦ્વੈਤ ਆਉਂਦੀ ਹੈ। ਕਿਵੇਂ? ਮੰਨ ਲਓ ਇੱਕ ਬੰਦਾ ਹੈ ਤੇ ਉਹਦੇ ਕੋਲ ਆਪਸ਼ਨ ਆਈ 2 ਨੌਕਰੀਆਂ ਦੀ, ਉਹਦੇ ਕੋਲੋਂ ਜੌਬ ਦੀ 2 ਆਫਰ ਆ ਗਈ। ਹੁਣ ਇਹ ਪੋਜ਼ਿਟਿਵ ਹੈ ਨਾ ਕਿ ਜੌਬ ਦੀ 2 ਆਫਰ ਆਈ ਤੇ ਉਹ ਦੋਨਾਂ ਦੇ ਵਿੱਚ ਡਿਸੀਜਨ ਲੈਣ ਵਾਸਤੇ ਸੋਚਦਾ ਵੀ ਮੈਂ ਆਹ ਵਾਲਾ ਡਿਸੀਜਨ ਲਵਾਂ ਕਿ ਦੂਜਾ ਲਵਾਂ, ਇਹ ਡਿਸੀਜਨ ਜ਼ਿਆਦਾ ਚੰਗਾ ਹੈ ਜਾਂ ਦੂਜਾ ਡਿਸੀਜਨ ਜ਼ਿਆਦਾ ਚੰਗਾ ਹੈ। ਉਹ ਸੋਚੇਗਾ, ਮਨ ਦੇ ਅੰਦਰ ਉਹਦੇ ਆਏਗਾ। ਫਿਰ ਉਹ ਸੋਚਦਾ ਹੈ ਕਿ ਚਲੋ ਦੋਨਾਂ ਵਿੱਚੋਂ ਮੈਂ ਕੋਈ ਵੀ ਲੈ ਲਵਾਂ, ਮੇਰਾ ਤੇ ਫਾਇਦਾ ਹੀ ਹੈ। ਇਹ ਹੈ ਪੋਜ਼ਿਟਿਵ ਉਦੇਸ਼। ਇਹ ਹੈ ਅਸਲ ਦੇ ਵਿੱਚ ਪੋਜ਼ਿਟਿਵਿਟੀ ਵਾਲੀ ਉਹ ਦ્વੈਤ, ਕਹਿ ਲਓ ਵੀ ਪਹਿਲਾ ਸਟੈਪ ਇੱਥੋਂ ਹੀ ਸ਼ੁਰੂ ਹੁੰਦਾ ਹੈ। ਹੁਣ ਇਹ ਆਸਾਨ ਹੈ, ਇਹ ਸਟਾਰਟ ਹੈ ਦੋਈ ਦੀ, ਇਹ ਸਟਾਰਟ ਹੈ ਦ્વੈਤ ਦਾ। ਇਹ ਆਸਾਨ ਹੈ, ਇਸ ਨੂੰ ਬੰਦਾ ਟੈਕਲ ਕਰ ਜਾਂਦਾ ਹੈ। ਤੇ ਸਪੋਜ਼ ਕਰੋ ਇੱਕ ਨੌਕਰੀ ਉਸਨੇ ਅਪਣਾ ਲਈ ਤੇ ਦੂਜੀ ਵੀ ਉਹਦੇ ਬਰਾਬਰ ਦੀ ਸੀਗੀ ਤੇ ਉਹਨੂੰ ਜ਼ਿਆਦਾ ਪਛਤਾਵਾ ਵੀ ਨਹੀਂ ਹੁੰਦਾ। ਹੁਣ ਇਸ ਤੋਂ ਬਾਅਦ ਦੀ ਜਿਹੜੀ ਅਵਸਥਾ ਹੈ ਦ્વੈਤ ਦੀ, ਉਹ ਅਵਸਥਾ ਹੈ ਕਿ ਜਦੋਂ 2 ਅਣਇੱਛੁਕ ਵਿਰੋਧੀ ਚੀਜ਼ਾਂ ਵਿੱਚੋਂ ਇੱਕ ਨੂੰ ਚੁਣਨਾ ਹੋਵੇ, ਭਾਵ ਦੋਨਾਂ ਨੂੰ ਫੇਸ ਨਹੀਂ ਕਰਨਾ ਚਾਹੁੰਦਾ ਪਰ ਇੱਕ ਨੂੰ ਉਸਨੂੰ ਚੁਣਨਾ ਪੈਂਦਾ ਹੈ। ਐਸੀ ਕੰਡੀਸ਼ਨ ਆ ਜਾਂਦੀ ਹੈ, ਐਸੀ ਸਥਿਤੀ ਆ ਜਾਂਦੀ ਹੈ ਕਿ ਦੋਨਾਂ ਹੀ ਚੀਜ਼ਾਂ ਨੂੰ ਉਹ ਚੁਣਨਾ ਨਹੀਂ ਚਾਹੁੰਦਾ, ਦੋਨਾਂ ਨੂੰ ਚੁਣਨਾ ਨਹੀਂ ਪੈਂਦਾ ਪਰ ਫਿਰ ਵੀ ਉਸਨੂੰ ਇੱਕ ਨੂੰ ਚੁਣਨਾ ਪਵੇਗਾ। ਐਗਜ਼ਾਮਪਲ ਵਜੋਂ ਮੰਨ ਲਓ ਕਾਲ ਪੈ ਗਿਆ, ਕਾਲ ਪੈ ਗਿਆ, ਅਕਾਲ ਪੈ ਜਾਂਦਾ ਹੈ ਕਿ ਹੁਣ ਰੋਟੀ ਦਾ ਸਮੱਸਿਆ ਆ ਗਈ, ਬੰਦਾ ਮੰਗ ਕੇ ਵੀ ਨਹੀਂ ਖਾਣਾ ਚਾਹੁੰਦਾ। ਹੁਣ ਕੰਡੀਸ਼ਨ ਐਸੀ ਹੈ ਕਿ ਉਹਦੇ ਕੋਲ 2 ਚੋਇਸਿਸ ਨੇ, ਕਾਲ ਵੀ ਪੈ ਗਿਆ, ਘਰ ਵਿੱਚ ਹੈ ਵੀ ਨਹੀਂ ਕੁਝ ਔਰ ਉਹ ਮੰਗ ਕੇ ਵੀ ਨਹੀਂ ਖਾਣਾ ਚਾਹੁੰਦਾ। ਦੋਨਾਂ ਵਿੱਚੋਂ ਉਸਨੂੰ ਇੱਕ ਨੂੰ ਚੁਣਨਾ ਪਵੇਗਾ। ਜਾਂ ਤੇ ਉਹ ਕਿਸੇ ਸਥਾਨ ਤੇ ਜਾ ਕੇ ਮੰਗ ਕੇ ਖਾਏ ਤੇ ਉਹਦੀ ਜਾਨ ਬਚੇਗੀ, ਉਸ ਸਥਾਨ ਤੇ ਰਹੇਗਾ ਤੇ ਉਹਦਾ ਉਹ ਪੂਰਾ ਨਹੀਂ ਹੋ ਸਕਦਾ। ਹੋਰ ਇਸ ਨੂੰ ਸੌਖੇ ਢੰਗ ਨਾਲ ਸਮਝਣਾ ਹੋਵੇ ਕਿ ਸਮਝੋ ਕਿ ਇੱਕ ਲੜਕਾ ਹੈ, ਨੌਜਵਾਨ ਬੱਚਾ ਹੈ, ਉਹ ਸੱਟ ਲੱਗਣ ਦੇ ਡਰ ਕਰਕੇ ਖੇਡਣਾ ਵੀ ਨਹੀਂ ਚਾਹੁੰਦਾ, ਲੇਕਿਨ ਉਹ ਡਰਪੋਕ ਵੀ ਕਹਾਣਾ ਨਹੀਂ ਚਾਹੁੰਦਾ। ਹੁਣ ਹੋਇਆ ਕੀ ਕਿ ਸੱਟ ਲੱਗਣ ਦੇ ਕਰਕੇ ਖੇਡਣਾ ਵੀ ਨਹੀਂ ਚਾਹੁੰਦਾ ਤੇ ਡਰਪੋਕ ਵੀ ਨਹੀਂ ਹੋਣਾ ਚਾਹੁੰਦਾ। ਇਹ ਦੂਜੇ ਢੰਗ ਦੀ ਦ્વੈਤ ਹੈ। ਉਹਦੇ ਮਨ ਦੇ ਅੰਦਰ ਇਹ ਦ્વੈਤ ਆ ਗਿਆ ਨਾ। ਹੁਣ ਉਹ ਖੇਡਣਾ ਵੀ ਚਾਹੁੰਦਾ ਹੈ ਪਰ ਉਹਨੂੰ ਇਹ ਵੀ ਡਰ ਹੈ ਮੈਨੂੰ ਸੱਟ ਲੱਗ ਜਾਏਗੀ। ਤੇ ਦੂਜੀ ਬਾਤ ਕਿ ਉਹ ਦੋਨਾਂ ਚੀਜ਼ਾਂ ਦੇ ਅੰਦਰ ਇਹ ਚਾਹੁੰਦਾ ਵੀ ਮੈਨੂੰ ਕੋਈ ਡਰਪੋਕ ਵੀ ਨਾ ਆਖੇ। ਇਹ ਦ્વੈਤ ਹੈ ਕਿ ਦੋਨਾਂ ਵਿੱਚੋਂ ਇੱਕ ਆਪਸ਼ਨ ਨੂੰ ਚੁਣਨਾ ਪਏਗਾ ਉਸਨੂੰ। ਹੁਣ ਇਹ ਦ્વੈਤ ਸ਼ੁਰੂ ਹੋ ਗਈ। ਬਚਪਨ ਤੋਂ ਇਹ ਦ્વੈਤ ਜਿਹੜੀ ਹੈ ਆਉਣੀ ਸ਼ੁਰੂ ਹੋ ਜਾਂਦੀ ਹੈ। ਹੁਣ ਰਿਜ਼ਲਟ ਕੀ ਹੁੰਦਾ ਇਹਦਾ ਕਿ ਮੰਨ ਲਓ ਕਿ ਇੱਕ ਸਟੂਡੈਂਟ ਹੈ ਜਿਹੜਾ 2 ਕੋਰਸਾਂ ਦੇ ਵਿੱਚੋਂ ਇੱਕ ਨੂੰ ਵੀ ਨਹੀਂ ਕਰਨਾ ਚਾਹੁੰਦਾ, ਉਹਦੇ ਕੋਲ ਆਪਸ਼ਨ 2 ਦੇ ਦਿੱਤੇ, ਉਹਨੂੰ ਕਿਹਾ ਤੂੰ ਮੈਡੀਕਲ ਲੈ ਲੈ, ਤੂੰ ਨਾਨ ਮੈਡੀਕਲ ਲੈ ਲੈ। ਬੱਚੇ ਉੱਤੇ ਅਸੀਂ ਸਟ੍ਰੈਸ ਪਾ ਦਿੰਦੇ ਆ ਨਾ ਕਿ ਬੱਚੇ ਦੀ ਤੌਫੀਕੀਅਤ ਨਹੀਂ ਦੇਖਦੇ, ਬੱਚੇ ਦੀ ਕੈਪੈਸਿਟੀ ਨਹੀਂ ਦੇਖਦੇ। ਅਸੀਂ ਆਪਣੀਆਂ ਆਕਾਂਖਸ਼ਾਵਾਂ ਦਾ ਬੋਝ ਆਪਣੇ ਬੱਚਿਆਂ ਉੱਤੇ ਪਾਉਣਾ ਚਾਹੁੰਦੇ ਹਾਂ ਕਿ ਜੋ ਮੈਂ ਅਚੀਵ ਨਹੀਂ ਕਰ ਸਕਿਆ ਮੇਰਾ ਬੱਚਾ ਕਰੇ। ਇਹ ਵੇਖਣਾ ਪਵੇਗਾ ਨਾ ਕਿ ਉਹਦੇ ਵਿੱਚ ਵੀ ਐਬਿਲਿਟੀ ਹੈ ਕਿ ਨਹੀਂ, ਕਿ ਉਹ ਉਸ ਚੀਜ਼ ਨੂੰ ਪਾ ਸਕਦਾ ਹੈ ਕਿ ਨਹੀਂ, ਕਿ ਉਹਦੇ ਅੰਦਰ ਇੰਨੀ ਕਾਬਲੀਅਤ ਹੈ ਕਿ ਉਹ ਇਸ ਚੀਜ਼ ਨੂੰ ਪਾ ਸਕੇ। ਮੰਨ ਲਓ ਕਿ ਆਪਣੇ ਬੱਚੇ ਨੂੰ ਅਸੀਂ ਕਹਿ ਦਿੱਤਾ ਵੀ ਤੂੰ ਮੈਡੀਕਲ ਲੈ ਲੈ ਜਾਂ ਤੂੰ ਨਾਨ ਮੈਡੀਕਲ ਲੈ। ਅਸੀਂ 2 ਆਪਸ਼ਨ ਛੱਡ ਦਿੱਤੇ ਉਹਦੇ ਕੋਲੋਂ, ਬੱਚਾ ਦੋਨੋਂ ਹੀ ਨਹੀਂ ਕਰਨਾ ਚਾਹੁੰਦਾ। ਦ્વੈਤ ਆ ਗਈ ਨਾ ਮਨ ਦੇ ਅੰਦਰ, ਵਿਚਾਰ ਆ ਗਿਆ, ਦੋਏ ਆ ਗਈ, ਦੋਨੋਂ ਹੀ ਨਹੀਂ ਕਰਨਾ ਚਾਹੁੰਦਾ। ਕੀ ਕਰੇਗਾ? ਤੀਜੀ ਆਪਸ਼ਨ ਫੜੇਗਾ, ਘਰੋਂ ਚਲਾ ਜਾਵੇਗਾ।
ਜਾਂ ਤੀਜੀ ਆਪਸ਼ਨ ਫੜੇਗਾ ਕਿ ਉਹ ਆਪਣੇ ਮਾਪਿਆਂ ਤੋਂ ਤੰਗ ਆ ਕੇ ਆਪਣਾ ਵੱਖਰਾ ਜਿਹੜਾ ਹੈ ਉਹ ਸਥਾਨ ਜਿਹੜਾ ਹੈ ਉਹ ਲੈ ਲਵੇਗਾ। ਹੁਣ ਇਹ ਦ્વੈਤ ਜਿਹੜੀ ਹੈ, ਇਹ ਦੋਏ ਜਿਹੜੀ ਹੈ ਉਹਦੇ ਅੰਦਰ ਉਹਨੂੰ ਪਰੇਸ਼ਾਨ ਕੀਤਾ ਔਰ ਉਸਨੇ ਇੱਕ ਤੀਜਾ ਡਿਸੀਜਨ ਜਿਹੜਾ ਹੈ ਉਹ ਲੈ ਲਿਆ। ਇੱਕ ਵੰਨਗੀ, ਦੂਜੀ ਵੰਨਗੀ ਇਹਦੀ ਇਹ ਹੈ। ਤੀਜੀ ਵੰਨਗੀ ਇਹਦੀ ਇਹ ਹੈ ਕਿ ਇੱਕ ਸਮੇਂ ਵਿੱਚ ਖਿੱਚ ਤੇ ਨਾ ਖਿੱਚ ਭਰਪੂਰ ਕੰਮਾਂ ਦਾ ਸਾਹਮਣਾ ਕਰਨਾ ਪਵੇ। ਹੁਣ ਇਹ ਜਿਹੜੀ ਦ્વੈਤ ਹੈ ਇਹਦੇ ਵਿੱਚ ਅਸੀਂ ਬਹੁਤਾਇਤ ਰੂਪ ਦੇ ਅੰਦਰ ਫਸੇ ਹੁੰਦੇ ਹਾਂ। ਇੱਕ ਸਮੇਂ ਦੇ ਅੰਦਰ ਸਾਡੇ ਮਨ ਵਿੱਚ ਵਿਚਾਰ ਆਇਆ, ਮੈਨੂੰ ਧਰਮੀ ਹੋਣਾ ਚਾਹੀਦਾ ਹੈ, ਮੈਨੂੰ ਅੰਮ੍ਰਿਤ ਛਕਣਾ ਚਾਹੀਦਾ ਹੈ, ਖੰਡੇ ਕੀ ਪਾਹੁਲ ਲੈਣੀ ਚਾਹੀਦੀ ਹੈ, ਮੈਨੂੰ ਗੁਰਦੁਆਰੇ ਜਾਣਾ ਚਾਹੀਦਾ ਹੈ, ਮੈਨੂੰ ਪਾਠ ਕਰਨਾ ਚਾਹੀਦਾ ਹੈ, ਮੈਨੂੰ ਇੱਕ ਚੰਗਾ ਸਿੱਖ ਬਣਨਾ ਚਾਹੀਦਾ ਹੈ। ਮਨ ਵਿੱਚ ਵਿਚਾਰ ਆਇਆ। ਲੇਕਿਨ ਇੱਕ ਹੋਰ ਵਿਚਾਰ ਆ ਗਿਆ, ਜਿਹੜਾ ਕਿ ਇਹ ਵਿਚਾਰ ਆਇਆ ਕਿ ਮੈਂ ਇਹ ਸਾਰਾ ਕੁਝ ਕਰਨਾ ਵੀ ਚਾਹੁੰਦਾ ਹਾਂ, ਸ਼ਰੀਫੀ ਵੀ ਚਾਹੁੰਦਾ ਹਾਂ, ਲੋਕੀ ਮੈਨੂੰ ਸ਼ਰਾਫਤ ਦਾ ਪੁਤਲਾ ਵੀ ਕਹਿਣ, ਪਰ ਕਿਤੇ ਮੇਰੀ ਆਜ਼ਾਦੀ ਵਿੱਚ ਰੁਕਾਵਟਾਂ ਵੀ ਨਾ ਪੈ ਜਾਣ। ਮਨ ਦੇ ਅੰਦਰ ਆ ਗਿਆ ਨਾ ਵੀ ਮੈਂ ਧਰਮੀ ਵੀ ਅਖਵਾਉਣਾ ਚਾਹੁੰਦਾ ਪਰ ਮੈਂ ਬਦਫੈਲੀਆਂ ਵੀ ਕਰਨਾ ਚਾਹੁੰਦਾ। ਹੁਣ ਇਹ ਦੋਨੋਂ ਹੀ ਵਿਚਾਰ ਮਨ ਚਾਹੁੰਦਾ ਹੈ। ਇਹ ਤੀਜੀ ਤਰ੍ਹਾਂ ਦੀ ਦ્વੈਤ ਹੈ। ਇਹ ਤੀਜੀ ਤਰ੍ਹਾਂ ਦੀ ਦ્વੈਤ ਹੈ ਜਿਹੜੀ ਬਹੁਤ ਖਤਰਨਾਕ ਹੈ, ਜਿਹਦੇ ਵਿੱਚ ਬਹੁਤ ਸਾਰੇ ਲੋਕ ਗ੍ਰਸੇ ਹੋਏ ਨੇ ਕਿ ਜਿਹੜਾ ਧਰਮੀ ਵੀ ਅਖਵਾਉਣਾ ਚਾਹੁੰਦੇ ਨੇ, ਜਿਹੜੇ ਇੰਟੈਲੈਕਚੁਅਲ ਵੀ ਅਖਵਾਉਣਾ ਚਾਹੁੰਦੇ ਨੇ, ਜਿਹੜੇ ਚੰਗੇ ਇਨਸਾਨ ਵੀ ਅਖਵਾਉਣਾ ਚਾਹੁੰਦੇ ਨੇ, ਜਿਹੜੇ ਸ਼ਰੀਫ ਵੀ ਅਖਵਾਉਣਾ ਚਾਹੁੰਦੇ ਨੇ, ਪਰ ਆਪਣੀ ਲਾਈਫ ਦੇ ਵਿੱਚ ਆਪਣੀ ਉਸ ਜਿਹੜੀਆਂ ਬਦਫੈਲੀਆਂ ਵਾਲੀ ਆਜ਼ਾਦੀ ਉਸ ਨੂੰ ਵੀ ਮਾਣਨਾ ਚਾਹੁੰਦੇ ਨੇ, ਬੁਰੇ ਕੰਮ ਵੀ ਕਰਨਾ ਚਾਹੁੰਦੇ ਨੇ, ਭੈੜੇ ਜਜ਼ਬੇ ਜਿਹੜੇ ਭੈੜੀ ਸੋਚ ਹੈ ਉਸ ਨੂੰ ਵੀ ਨਹੀਂ ਛੱਡਣਾ ਚਾਹੁੰਦੇ। ਤੇ ਫਿਰ ਕੀ ਹੁੰਦਾ ਹੈ, ਕਨਫਲਿਕਟ ਪੈਦਾ ਹੋ ਜਾਂਦਾ ਹੈ ਔਰ ਉਹ ਬੰਦਾ ਐਸੀ ਹਾਲਾਤ ਵਿੱਚ ਚਲਾ ਜਾਂਦਾ ਹੈ ਜਿੱਥੇ ਕਿ ਡਿਪਰੈਸ਼ਨ ਦਾ ਉਹ ਰੋਗੀ ਹੋ ਜਾਂਦਾ ਹੈ। ਇਹਦਾ ਇੱਕ ਪ੍ਰਤੱਖ ਪ੍ਰਮਾਣ ਖੁਦ ਮੇਰੇ ਨਾਲ ਇਹਦਾ ਇੱਕ ਐਕਸਪੀਰੀਅੰਸ ਹੋਇਆ। ਜਦੋਂ ਲਾਕਡਾਊਨ ਦੇ ਦੌਰਾਨ ਮੈਂ ਜਰਮਨ ਦੇ ਵਿੱਚ ਸਾਂ ਤੇ ਉੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਨਾ ਲਾਕਡਾਊਨ ਦੇ ਵਿੱਚ ਨਾ ਕੁਝ ਜਿਹੜੇ ਨੌਜਵਾਨ ਬੱਚੇ ਸੀਗੇ ਉਹਨਾਂ ਨੂੰ ਵੀ ਰਹਿਣਾ ਪੈ ਗਿਆ। ਹੁਣ 5 ਮਹੀਨੇ ਗੁਰਦੁਆਰਾ ਸਾਹਿਬ ਰਹਿਣਾ ਪਿਆ। ਕਦੇ ਕਦੇ ਗੁਰਦੁਆਰੇ ਆਉਣਾ ਔਰ ਆ ਕੇ ਗੁਰਦੁਆਰੇ ਸਾਹਿਬ ਦੇ ਰਿਚੁਅਲ ਨਿਭਾ ਲੈਣੇ ਇੱਕ ਵੱਖਰੀ ਬਾਤ ਹੈ। ਕੋਈ ਵੀ ਨਿਭਾ ਸਕਦਾ ਹੈ, ਠੀਕ ਹੈ, ਅਸੀਂ ਇੱਕ ਟਾਈਮ ਗੁਰਦੁਆਰੇ ਗਏ, ਘਰ ਆ ਕੇ ਤੇ ਸਾਡਾ ਉਹੀ ਵਿਵਹਾਰ ਹੋਵੇਗਾ ਨਾ। ਪਰ ਹੁਣ ਜਦੋਂ 24 ਘੰਟੇ ਗੁਰਦੁਆਰੇ ਵਿੱਚ ਰਹਿਣਾ ਹੈ ਤੇ 24 ਘੰਟੇ ਗੁਰਦੁਆਰੇ ਦੇ ਅੰਦਰ ਰਹਿ ਕੇ ਸਾਨੂੰ ਆਪਣੇ ਉਸ ਜ਼ਾਬਤੇ ਵਿੱਚ ਵੀ ਰਹਿਣਾ ਪਵੇਗਾ। ਸਾਨੂੰ ਸਵੇਰੇ ਉੱਠਣਾ ਵੀ ਪਵੇਗਾ, ਸਾਨੂੰ ਪਾਠ ਵੀ ਕਰਨਾ ਪਵੇਗਾ, ਸਾਨੂੰ ਸੁਖਾਸਨ ਦੇ ਸਮੇਂ ਵੀ ਜਾਣਾ ਪਵੇਗਾ, ਫਿਰ ਸਾਨੂੰ ਲੰਗਰ ਵੀ ਪਕਾਉਣਾ ਪਵੇਗਾ, ਸਾਨੂੰ ਉੱਥੇ ਆਪਣਾ ਵਿਵਹਾਰ, ਆਪਣਾ ਬਿਹੇਵ ਵੀ ਗੁਰਮਤ ਔਰ ਗੁਰਬਾਣੀ ਦੇ ਅਕੋਰਡਿੰਗ ਰੱਖਣਾ ਪਵੇਗਾ। ਹੁਣ ਇੱਥੇ ਕੀ ਹੋਇਆ ਕਿ ਕੁਝ ਸਮੇਂ ਤੇ ਕੱਢ ਲਿਆ, ਪਰ ਕੁਝ ਸਮੇਂ ਤੋਂ ਬਾਅਦ ਨੌਜਵਾਨ ਬੱਚੇ ਸੀ, ਆਖਰ ਉਹਨਾਂ ਦੇ ਅੰਦਰ ਥੋੜੀ ਚੇਂਜਿੰਗ ਆਣੀ ਸ਼ੁਰੂ ਹੋ ਗਈ ਔਰ ਐਸਾ ਸਮਾਂ ਆ ਗਿਆ ਕਿ ਬੱਚਾ ਇੰਨੇ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਚਲਾ ਗਿਆ ਕਿ ਜਿਹੜਾ ਕੰਧਾਂ ਦੇ ਵਿੱਚ ਸਿਰ ਮਾਰ ਕੇ ਰੋਂਦਾ ਸੀ। ਕਾਰਨ ਸੀ ਕਿ ਅੰਦਰੋਂ ਧਰਮ ਨਹੀਂ ਸੀ, ਅੰਦਰੋਂ ਵਿਚਾਰ ਇਹ ਨਹੀਂ ਕਿ ਧਰਮ ਤੋਂ ਨਫ਼ਰਤ ਕਰਦਾ, ਐਸਾ ਵੀ ਨਹੀਂ ਸੀ, ਪਰ ਉਸ ਢੰਗ ਦੇ ਨਾਲ, ਉਸ ਢਰਰੇ ਦੇ ਉੱਤੇ, ਜਾਂ ਇਉਂ ਕਹਿ ਲਓ ਕਿ ਅੰਦਰ ਪੂਰਨ ਤੌਰ ਤੇ ਉਸ ਧਰਮ ਨੂੰ, ਉਸ ਸੋਚ ਨੂੰ ਗੁਰੂ ਸਾਹਿਬ ਦੀ ਆਤਮਸਾਤ ਨਹੀਂ ਕਰ ਪਾਇਆ ਸੀ। ਹੁਣ ਉਹ ਕੰਫਲਿਕਟ ਹੋਇਆ ਔਰ ਉਸ ਕੰਫਲਿਕਟ ਕਰਕੇ ਉਹ ਡਿਪਰੈਸ਼ਨ ਵਿੱਚ ਚਲਾ ਗਿਆ। ਇਹ ਬਹੁਤਾਇਤ ਰੂਪ ਦੇ ਅੰਦਰ ਸਾਡੇ ਨਾਲ ਹੁੰਦਾ ਹੈ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਸਰਗਰਮ ਮੈਂਬਰ ਵੀ ਬਣਨਾ ਚਾਹੁੰਦੇ ਹਾਂ, ਪਰ ਅਸੀਂ ਆਪਣੀ ਬਦਫੈਲੀਆਂ ਵੀ ਨਹੀਂ ਛੱਡਣਾ ਚਾਹੁੰਦੇ, ਅਸੀਂ ਨਸ਼ੇ ਵੀ ਨਹੀਂ ਤਿਆਗਣਾ ਚਾਹੁੰਦੇ, ਅਸੀਂ ਉਹ ਸਾਰੇ ਜਿਹੜੇ ਜਜ਼ਬੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਉਹਦੀ ਗੱਲ ਸੁਣਨਾ ਵੀ ਨਹੀਂ ਚਾਹੁੰਦੇ। ਅਸੀਂ ਨਹੀਂ ਚਾਹੁੰਦੇ ਕਿ ਕੋਈ ਸਾਨੂੰ ਕਹੇ ਕਿ ਜਿਹੜਾ ਹੰਕਾਰ ਹੈ ਇਹਦੇ ਉੱਤੇ ਕੰਮ ਕਰ ਭਰਾ, ਤੇਰੇ ਅੰਦਰ ਹੰਕਾਰ ਜਿਹੜਾ ਹੈ ਤੈਨੂੰ ਪਰੇਸ਼ਾਨ ਕਰਦਾ ਹੈ। ਅਸੀਂ ਨਹੀਂ ਸੁਣਨਾ ਚਾਹੁੰਦੇ ਕਿ ਕੋਈ ਸਾਨੂੰ ਕਹੇ ਕਿ ਤੁਸੀਂ ਲੋਕਾਂ ਦੇ ਹੱਕ ਨਹੀਂ ਮਾਰਨੇ, ਆਪਣੇ ਭਰਾਵਾਂ ਦੀ, ਸਕੇ ਭਰਾਵਾਂ ਦੀ, ਭੈਣਾਂ ਦੇ ਜਿਹੜੇ ਹੱਕ ਮਾਰ ਕੇ ਨਹੀਂ ਬਹਿਣਾ। ਅਸੀਂ ਸੁਣਨਾ ਨਹੀਂ ਚਾਹੁੰਦੇ ਇਹ ਬਾਤ। ਕਿਉਂ? ਕਿਉਂਕਿ ਅਸੀਂ ਆਜ਼ਾਦੀ ਵੀ ਮਾਣਨਾ ਚਾਹੁੰਦੇ ਹਾਂ ਔਰ ਅਸੀਂ ਆਪਣੇ ਆਪ ਨੂੰ ਧਰਮੀ ਵੀ ਅਖਵਾਉਣਾ ਚਾਹੁੰਦੇ ਹਾਂ। ਸੋ ਇਹ ਜਿਹੜੀ ਦ્વੈਤ ਹੈ, ਇਹ ਜਿਹੜੀ ਡੁਐਲਿਟੀ ਹੈ, ਇਹ ਤੀਜੇ ਤਰ੍ਹਾਂ ਦੀ ਡੁਐਲਿਟੀ ਹੈ ਜਿਹੜੀ ਸਭ ਤੋਂ ਵੱਧ ਖਤਰਨਾਕ ਹੈ। ਹੁਣ ਚੌਥੇ ਢੰਗ ਦੀ ਵੰਨਗੀ ਆਉਂਦੀ ਹੈ ਕਿ ਦੋ ਦੇਸ਼ਾਂ ਵਿੱਚੋਂ ਫਸ ਜਾਣਾ। ਜਿਵੇਂ ਸਪੋਜ਼ ਕਰੋ ਕਿ ਦੋ ਉਦੇਸ਼ ਸਾਡੇ ਸਾਹਮਣੇ ਨੇ, ਦੋ ਵਿਚਾਰ ਸਾਡੇ ਸਾਹਮਣੇ ਪੈਦਾ ਹੋਏ ਔਰ ਦੋਨਾਂ ਵਿੱਚ ਅਸੀਂ ਫਸ ਜਾਂਦੇ ਹਾਂ। ਐਗਜ਼ਾਮਪਲ ਵਜੋਂ ਕਿ ਇੱਕ ਬੇਟੀ ਹੈ,
ਉਹ ਆਪਣੀ ਮਾਂ ਨੂੰ ਪਿਆਰ ਵੀ ਕਰਦੀ ਹੈ, ਔਰ ਉਹ ਇਹ ਵੀ ਸਮਝਦੀ ਹੈ ਕਿ ਨਾਲ ਨਾਲ ਮਾਂ ਤੋਂ ਨਫ਼ਰਤ ਵੀ ਕਰਦੀ ਹੈ, ਕਿਉਂਕਿ ਉਹ ਸਮਝਦੀ ਹੈ ਵੀ ਮੇਰੇ ਪਿਤਾ ਦੀਆਂ ਚੰਗੀਆਂ ਗੱਲਾਂ ਜਿਹੜੀਆਂ ਨੇ ਮੇਰੀ ਮਾਤਾ ਪਸੰਦ ਨਹੀਂ ਕਰਦੀ। ਹੁਣ ਉਹ ਕੀ ਹੋਇਆ ਕਿ ਉਹ ਦੋ ਵਿਚਾਰਾਂ ਦੇ ਵਿੱਚ ਫਸ ਗਈ, ਮਾਂ ਦੇ ਨਾਲ ਪਿਆਰ ਵੀ ਹੈ ਪਰ ਮਾਂ ਦੇ ਨਾਲ ਇੱਕ ਪਾਸੇ ਨਫ਼ਰਤ ਵੀ ਹੈ। ਇਹ ਹੈ ਦ્વੈਤ ਦੇ ਵਿਚਾਰ, ਜਿਹੜੇ ਮੈਂ ਕੁਝ ਐਗਜ਼ਾਮਪਲ ਆਪਦੇ ਸਾਹਮਣੇ ਰੱਖੇ ਨੇ ਕਿ ਇਹ ਦ્વੈਤ ਦੇ ਵਿਚਾਰਾਂ ਦੇ ਵਿੱਚ ਫਸਿਆ ਹੋਇਆ ਮਨੁੱਖ, ਇਹਦੀ ਹਾਲਾਤ ਇੰਨੀ ਤਰਸਯੋਗ ਹੋ ਜਾਂਦੀ ਹੈ। ਮੈਂ ਕੇਵਲ ਟੁਕ ਮਾਤਰ ਤੁਹਾਡੇ ਸਾਹਮਣੇ ਕੁਝ ਵੰਨਗੀਆਂ ਰੱਖੀਆਂ ਨੇ, ਜਿਹੜੀ ਇਹ ਡੁਐਲਿਟੀ ਦੀ ਜਿਹੜੀ ਕੁਝ ਮਾਨਸਿਕ ਸੰਘਰਸ਼ ਦੀਆਂ ਜਿਹੜੀਆਂ ਵੰਨਗੀਆਂ ਨੇ, ਜਿਹਦੇ ਕਰਕੇ ਇਨਸਾਨ ਪਰੇਸ਼ਾਨ ਹੁੰਦਾ ਹੈ, ਜਿਹਦੇ ਕਰਕੇ ਇਨਸਾਨ ਬੇਚੈਨ ਹੋ ਰਹਿੰਦਾ ਹੈ, ਜਿਹਦੇ ਕਰਕੇ ਇਨਸਾਨ ਦੀ ਲਾਈਫ ਵਿੱਚ ਅਨਰੈਸਟ ਰਹਿੰਦਾ ਹੈ। ਸੋ ਇਹ ਕੁਝ ਵੰਨਗੀਆਂ ਨੇ ਜਿਹੜੀਆਂ ਕੁਝ ਦਾਨੇ ਸੱਜਣਾ ਨੇ ਜਿਹਦੀ ਵਿਚਾਰ ਸਾਂਝੀ ਕੀਤੀ ਹੈ, ਔਰ ਅੱਜ ਤੋਂ 500-600 ਸਾਲ ਪਹਿਲਾਂ ਕਬੀਰ ਸਾਹਿਬ ਜੀ ਇਹ ਗੱਲ ਕਰ ਰਹੇ ਨੇ। ਇਹ ਪਾਵਨ ਬਾਣੀ ਸਾਨੂੰ ਸਮਝਾ ਰਹੀ ਹੈ ਕਿ ਕਬੀਰ, ਧਰਤੀ ਅਰ ਆਕਾश ਮੈਂ ਦੋਏ ਤੂੰ ਬਰੀ ਅਬਦ, ਖਟ ਦਰਸ਼ਨ ਸੰਸੇ ਪਰੇ ਅਰ 84 ਸਿੱਧ। ਕਿ ਇਹ ਖਟ ਦਰਸ਼ਨ ਸੰਸੇ ਪਰੇ ਅਰ 84 ਸਿੱਧ, ਜਿਹੜੇ 84 ਸਿੱਧ ਸੀਗੇ ਜਾਂ ਜਿਹੜੇ 6 ਦਰਸ਼ਨ ਦੇ ਮੰਨਣ ਵਾਲੇ ਲੋਕ ਸਨ, ਉਹ ਵੀ ਧਰਮੀ ਅਖਵਾਉਣ ਵਾਲੇ ਲੋਕ ਵੀ ਇਸ ਤੋਂ ਛੁਟਕਾਰਾ ਪ੍ਰਾਪਤ ਨਹੀਂ ਕਰ ਪਾਏ। ਹੁਣ ਮਨੁੱਖ ਦਾ ਜਿਹੜਾ ਥਾਟ ਪ੍ਰੋਸੈਸ ਹੈ, ਇਹ ਅਸਲ ਵਿੱਚ ਇੱਕ ਦਵੰਦਵਾਤ, ਇਹ ਕਹ ਲਓ ਕਿ ਇੱਕ ਦਵੰਦ ਹੀ ਚੱਲਦਾ ਉਹਦੇ ਅੰਦਰ, ਇੱਕ ਜੰਗ ਹੀ ਚੱਲ ਰਿਹਾ ਹੁੰਦਾ ਹੈ ਮਨੁੱਖ ਦੇ ਥਾਟ ਪ੍ਰੋਸੈਸ ਦੇ ਵਿੱਚ, ਵਿਚਾਰਾਂ ਦਾ ਜੰਗ ਚੱਲ ਰਿਹਾ ਹੁੰਦਾ ਹੈ ਕਿ ਜਿਹਦਾ ਸੁੱਖ ਤੇ ਦੁੱਖ ਇਹ ਦਵੰਦ ਨੇ, ਇਹ ਦੋ ਵਿਚਾਰ ਆ ਗਏ ਨਾ, ਲਾਭ ਤੇ ਹਾਨ। ਬੰਦਾ ਸੋਚਦਾ ਮੈਨੂੰ ਇਹਦਾ ਲਾਭ ਹੋਏਗਾ ਜਾਂ ਮੈਨੂੰ ਇਹਦਾ ਹਾਨ ਹੋਏਗਾ। ਬੰਦਾ ਸੋਚਦਾ ਵੀ ਆਹ ਡਿਸੀਜਨ ਲੈਣ ਤੇ ਮੇਰੇ ਜੀਵਨ ਵਿੱਚ ਸੁੱਖ ਆਏਗਾ ਜਾਂ ਮੇਰੇ ਜੀਵਨ ਵਿੱਚ ਦੁੱਖ ਆਏਗਾ। ਬੰਦਾ ਸੋਚਦਾ ਹੈ ਕਿ ਮੈਂ ਕਿਸੇ ਨਾਲ ਪ੍ਰੇਮ ਕਰਾਂ ਜਾਂ ਮੈਂ ਕਿਸੇ ਨਾਲ ਈਰਖਾ ਕਰਾਂ, ਮੈਂ ਕਿਸੇ ਨਾਲ ਘ੍ਰਿਣਾ ਕਰਾਂ। ਦਵੰਦ ਆ ਗਿਆ ਮਨ ਦੇ ਅੰਦਰ। ਫਿਰ ਇਹ ਸੋਚਦਾ ਹੈ ਕਿ ਮੈਂ ਕਿਤੇ ਵਾਇਲੈਂਟ ਹੋ ਜਾਵਾਂ, ਹਿੰਸਾਤਮਕ ਹੋ ਜਾਵਾਂ। ਫਿਰ ਇਹ ਕਦੇ ਕਦੇ ਸੋਚਦਾ ਨਹੀਂ, ਮੈਂ ਅਹਿੰਸਾਤਮਕ ਹੋ ਜਾਵਾਂ, ਵਾਇਲੈਂਸ ਚੰਗੀ ਨਹੀਂ। ਕਦੇ ਮਨ ਦੇ ਵਿੱਚ ਇਹ ਵਿਚਾਰ ਆਇਆ, ਕਦੇ ਮਨ ਵਿੱਚ ਰਾਗ ਆਇਆ, ਕਦੇ ਮਨ ਵਿੱਚ ਵੈਰਾਗ ਆਇਆ, ਕਦੇ ਆਸ਼ਾ ਆਈ ਤੇ ਕਦੇ ਨਿਰਾਸ਼ਾ ਆਈ। ਇਹ ਅਵਸਥਾਵਾਂ ਜਿਹੜੀਆਂ ਨੇ, ਇਹ ਸਾਰੀਆਂ ਦਵੰਦ ਦੇ ਨਾਲ ਰਿਲੇਟ ਕਰਦੀਆਂ ਨੇ, ਇਸ ਦੋਏ ਦੇ ਨਾਲ ਰਿਲੇਟ ਕਰਦੀਆਂ ਨੇ। ਜਿਹੜਾ ਇੱਕ ਦੋ ਲਾਈਨਾਂ ਦੇ ਵਿੱਚ ਇਹ ਸ਼ਲੋਕ, ਜਿਹਦੀ ਬਹੁਤ ਗਹਿਰੇ ਤਲ ਦੇ ਉੱਤੇ ਵਿਚਾਰ ਹੋ ਸਕਦੀ ਹੈ ਔਰ ਅਸੀਂ ਸਾਂਝੀ ਕਰ ਸਕਦੇ ਹਾਂ, ਔਰ ਗਹਿਰੇ ਤਲ ਦੇ ਉੱਤੇ ਜਾ ਕੇ ਅਸੀਂ ਸਮਝ ਸਕਦੇ ਹਾਂ ਕਿ ਕਬੀਰ ਸਾਹਿਬ ਜੀ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ। ਹੁਣ ਇਹਦਾ ਬੇਸ ਕੀ ਹੈ, ਬੁਨਿਆਦੀ ਦ્વੈਤ ਜਿਹੜੀ ਹੈ, ਇਹ ਕਾਰਨ ਕੀ ਹੈ ਇਹਦਾ? ਇਹ ਅਸਲ ਦੇ ਵਿੱਚ ਪਨਪਦੀ ਹੈ ਹਉਮੈ ਦੇ ਕਰਕੇ, ਜਿਹਨੂੰ ਬਾਣੀ ਦੇ ਅੰਦਰ ਸਾਨੂੰ ਸਮਝਾਇਆ ਗਿਆ ਕਿ ਹਉਮੈ ਦੇ ਕਰਕੇ ਇਹ ਜਿਹੜਾ ਦ્વੈਤ ਹੈ, ਇਹ ਜਿਹੜੀ ਦੋਏ ਹੈ, ਇਹ ਪਨਪਦੀ ਹੈ। ਇਹਦਾ ਜਨਮ ਹੁੰਦਾ ਹੈ, ਇਹਦਾ ਵਿਕਾਸ ਹੁੰਦਾ ਹੈ ਕਿ ਜਦੋਂ ਬੰਦਾ ਈਗੋਇਸਟਿਕ ਹੁੰਦਾ ਹੈ, ਹਉਮੈ ਦੇ ਵਿੱਚ ਹੁੰਦਾ ਹੈ, ਇਹ ਪਹਿਲੀ ਨਿਸ਼ਾਨੀ ਹੈ ਕਿ ਇਸ ਤੋਂ ਬਾਅਦ ਇਹ ਦ્વੈਤ ਦੇ ਅੰਦਰ ਡੁਐਲਿਟੀ ਦੇ ਵਿੱਚ ਫਸੇਗਾ ਹੀ ਫਸੇਗਾ। ਬਾਣੀ ਦੇ ਵਿੱਚ ਜਿੱਦਾਂ ਅਸੀਂ ਬਹੁਤ ਸਾਰੇ ਪ੍ਰਮਾਣ ਐਸੇ ਸੁਣਦੇ ਹਾਂ, ਪੜ੍ਹਦੇ ਹਾਂ, ਜਿਹਦੇ ਅੰਦਰ ਗੁਰੂ ਸਾਹਿਬ ਜੀ ਬਚਨ ਕਰਦੇ ਨੇ ਕਿ ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜਿਆ ਮਸਾਨ ਨਾ ਜਾਈ। ਕਿ ਦੁਬਿਧਾ ਵਿੱਚ ਨਾ ਪਾਓ। ਇਹ ਤੇ ਇੱਕ ਵੰਨਗੀ ਹੈ ਨਾ ਕਿ ਦੁਬਿਧਾ ਵਿੱਚ ਨਾ ਪਾਓ। ਜੇ ਤੁਸੀਂ ਧਰਮ ਕਮਾਉਣਾ ਹੀ ਹੈ, ਹਰ ਬਿਨ ਹੋਰ ਨਾ ਪੂਜੋ, ਮੜਿਆ ਮਸਾਨ ਨਾ ਜਾਈ। ਮੜੀਆਂ ਤੇ ਮਸਾਣਾ ਦੇ ਵਿੱਚ ਜਾ ਕੇ, ਮਸਾਣਾ ਵਿੱਚ ਜਾ ਕੇ ਜਾਦੂ ਟੋਣੇ ਕਰ ਲੈਣੇ, ਜਾਂ ਮੜੀਆਂ ਦੇ ਵਿੱਚ ਜਾ ਕੇ ਮੱਥੇ ਟੇਕ ਲੈਣੇ, ਜਾਂ ਹੋਰ ਕਿਸੇ ਸਥਾਨ ਤੋਂ ਜਾ ਕੇ ਸਾਨੂੰ ਸਕੂਨ ਮਿਲੇ, ਉਹ ਸੋਚ ਅਪਣਾ ਲੈਣੀ। ਕਹਿੰਦੇ ਐਸੀ ਦੁਬਿਧਾ ਵਿੱਚ ਨਾ ਪਾਓ। ਜੇ ਐਸੀ ਦੁਬਿਧਾ ਦੇ ਵਿੱਚ ਪਾਓਗੇ ਤੇ ਤੁਹਾਡੇ ਜੀਵਨ ਦੇ ਅੰਦਰ ਬੇਚੈਨੀ ਰਹੇਗੀ, ਸਕੂਨ ਨਹੀਂ ਆਵੇਗਾ। ਸਾਨੂੰ ਸਮਝਾਇਆ ਹੁਣ ਇਸ ਦੁਬਿਧਾ ਨੂੰ ਖਤਮ ਕਿਵੇਂ ਕੀਤਾ ਜਾ ਸਕਦਾ ਹੈ, ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਬਈ ਖਤਮ ਕਰਨ ਦਾ ਇੱਕੋ ਇੱਕ ਸਾਧਨ ਹੈ, ਔਰ ਉਹ ਸਾਧਨ ਗੁਰੂ ਪਾਤਸ਼ਾਹ ਜੀ ਕਿਹੜਾ ਹੈ? ਤੇ ਗੁਰੂ ਪਾਤਸ਼ਾਹ ਜੀ ਜਵਾਬ ਦਿੰਦੇ ਨੇ ਬਾਣੀ ਦੇ ਵਿੱਚ ਕਿ ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ, ਮਨ ਕੀ ਦੁਬਿਧਾ ਬਿਨਸ ਜਾਏ, ਹਰ ਪਰਮ ਪਦ ਲਹੀ ਹੈ। ਕਿ ਇਹ ਦ્વੈਤ, ਇਹ ਦੁਬਿਧਾ, ਇਹ ਡੁਐਲਿਟੀ, ਇਸ ਨੂੰ ਖਤਮ ਕੀਤਾ ਜਾ ਸਕਦਾ ਹੈ ਜਦੋਂ ਅਸੀਂ ਆਪਣੇ ਗੁਰੂ ਦੇ ਨਾਲ ਮਿਲਾਪ ਕਰਦੇ ਨੇ। ਜਿਸ ਮਿਲਿਆ ਮਨ ਹੋਏ ਆਨੰਦ, ਜਿਹਨੂੰ ਮਿਲਣ ਦੇ ਨਾਲ ਸਾਡੇ ਮਨ ਵਿੱਚ ਆਨੰਦ ਪੈਦਾ ਹੁੰਦਾ ਹੈ, ਹੈਪੀਨੈਸ ਪੈਦਾ ਹੁੰਦੀ ਹੈ, ਜਿਹਨੂੰ ਮਿਲਣ ਦੇ ਸਦਕਾ ਸਾਡੇ ਮਨ ਦੇ ਅੰਦਰ ਸ਼ਾਂਤੀ ਪੈਦਾ ਹੁੰਦੀ ਹੈ। ਐਸੀ ਸ਼ਾਂਤੀ ਪੈਦਾ ਹੁੰਦੀ ਹੈ ਉਹ ਗੁਰੂ, ਉਹ ਪੂਰਨ ਗੁਰੂ ਦੇ ਨਾਲ ਮਿਲ ਕੇ, ਜਿਹੜੀ ਸਾਡੇ ਮਨ ਦੀ ਦੁਬਿਧਾ ਖਤਮ ਕਰ ਦਿੰਦਾ ਹੈ।
ਤੇ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਗੁਰੂ ਦੇ ਨਾਲ ਮਿਲਾਪ ਕਰ, ਤੇ ਗੁਰੂ ਦੇ ਨਾਲ ਮਿਲਾਪ ਕਰਨ ਤੋਂ ਬਾਅਦ ਇੱਕ ਹੋਰ ਚੀਜ਼ ਪੱਲੇ ਬੰਨ ਲੈ ਕਿ ਤੂੰ ਕੇਵਲ ਗੁਰੂ ਦੇ ਬਚਨ ਨੂੰ ਆਪਣੇ ਤੱਕ ਸੀਮਤ ਨਹੀਂ ਕਰਨਾ, ਆਪਣੇ ਤੱਕ ਰੱਖਣਾ ਨਹੀਂ। ਹਾਂ, ਜਿਵੇਂ ਤੁਸੀਂ ਕਲਾਸ ਤੋਂ ਪਹਿਲਾਂ ਡਿਸਕਸ ਕਰ ਰਹੇ ਸੋ ਕਿ ਬਹੁਤ ਸਾਰੀਆਂ ਆਪ ਸਾਰੇ ਮੇਰੇ ਤੋਂ ਜ਼ਿਆਦਾ ਸਿਆਣੇ ਹੋ, ਦਾਨੇ ਹੋ, ਪੜ੍ਹੇ ਲਿਖੇ ਹੋ, ਐਜੂਕੇਟਿਡ ਹੋ, ਆਪ ਸਾਰੇ ਵੱਡੇ ਹੋ। ਮੈਂ ਤਾਂ ਇੱਕ ਅਦਨਾ ਜਾਂ ਇੱਕ ਇਉਂ ਕਹਿ ਲਓ ਕਿ ਇੱਕ ਸਿੱਖ ਕੌਮ ਦਾ ਪ੍ਰਚਾਰਕ ਹਾਂ, ਜਿਹੜਾ ਯਤਨ ਕਰਦਾ ਹੈ ਕਿ ਗੁਰੂ ਪਾਤਸ਼ਾਹ ਜੀ ਦਾ ਕੋਈ ਜਿਹੜਾ ਬਚਨ ਹੈ ਆਪ ਦੇ ਸਾਹਮਣੇ ਰੱਖ ਸਕਾਂ। ਤੁਸੀਂ ਬਹੁਤ ਸੋਹਣੇ ਢੰਗ ਦੇ ਨਾਲ ਉਹ ਵਿਚਾਰਾਂ ਸਾਂਝੀਆਂ ਕਰ ਰਹੇ ਸੋ, ਤੇ ਮਨ ਵਿੱਚ ਖੁਸ਼ੀ ਵੀ ਹੋ ਰਹੀ ਸੀ ਕਿ ਤੁਸੀਂ ਜਿਸ ਢੰਗ ਦੇ ਨਾਲ ਕਿ ਕਹਿ ਰਹੇ ਸੋ ਕਿ ਕੈਲੰਡਰ ਦਾ ਜਿਹੜਾ ਮੁੱਦਾ ਹੈ ਜਾਂ ਹੋਰ ਜਿਹੜੇ ਸਾਡੇ ਪੰਥਕ ਮਸਲੇ ਨੇ ਇਹ ਹੱਲ ਹੋਣੇ ਚਾਹੀਦੇ ਨੇ, ਤੇ ਕਰੇਗਾ ਕੌਣ? ਸੰਗਤ ਕਰੇਗੀ। ਬੜੀ ਵਧੀਆ ਗੱਲ ਹੈ ਕਿ ਸੰਗਤ ਨੇ ਹੱਲ ਕਰਨੇ ਨੇ। ਇਹ ਦੁਵਿਧਾਵਾਂ ਕਿਵੇਂ ਖਤਮ ਹੋਣਗੀਆਂ, ਇਹ ਦ્વੈਤ ਕਿਵੇਂ ਖਤਮ ਹੋਵੇਗਾ, ਇਹ ਡੁਐਲਿਟੀ ਕਿਵੇਂ ਖਤਮ ਹੋਵੇਗੀ, ਕੌਣ ਕਰੇਗਾ? ਜੇ ਗੁਰਪੁਰਬ ਅੱਜ 2-2 ਦਿਨ ਮਨਾਏ ਜਾ ਰਹੇ ਨੇ, ਇਹਨਾਂ ਨੂੰ ਕੌਣ ਖਤਮ ਕਰੇਗਾ? ਸੰਗਤ ਕਰੇਗੀ। ਔਰ ਇਹ ਵਿਚਾਰ ਕਿਵੇਂ ਖਤਮ ਹੋਏਗੀ? ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਲਿਵ ਲਾਏ, ਹਰ ਨਾਮੈ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ। ਹੁਣ ਕਹਿੰਦੇ ਨੇ ਵੀ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ। ਆਪਣੀ ਦੁਵਿਧਾ ਨੂੰ ਤਾਂ ਹੀ ਦੂਰ ਕੀਤਾ ਜਾ ਸਕਦਾ ਹੈ ਨਾ ਜਦੋਂ ਅਸੀਂ ਇਕੱਠੇ ਹੋ ਕੇ ਬੈਠਾਂਗੇ, ਜਦੋਂ ਅਸੀਂ ਆਪਣੀ ਈਗੋ ਨੂੰ ਪਾਸੇ ਰੱਖ ਕੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਅਸੀਂ ਇਹ ਆਖ ਸਕਾਂਗੇ ਕਿ ਗੁਰੂ ਪਾਤਸ਼ਾਹ ਜੀ, ਅਸੀਂ ਤੁਹਾਡੇ ਕੋਲ ਆਏ ਹਾਂ, ਅਸੀਂ ਤੁਹਾਡੇ ਕੋਲ ਕੁਝ ਸਿੱਖਣ ਵਾਸਤੇ ਆਏ ਹਾਂ। ਗੁਰ ਕੀ ਮੱਤ ਤੂੰ ਲੈ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਹੁਣ ਇੱਥੇ ਇਆਣਾ ਬੱਚੇ ਨੂੰ ਨਹੀਂ ਕਿਹਾ ਗਿਆ, ਇੱਥੇ ਅਸੀਂ ਸਾਰੇ ਇਆਣੇ ਹਾਂ। ਗੁਰੂ ਦੇ ਇਸ ਸ਼ਬਦ ਦੇ ਸਾਹਮਣੇ ਨਾ ਅਸੀਂ ਸਾਰੇ ਹੀ ਇਆਣੇ ਹਾਂ, ਭਾਵੇਂ ਕੋਈ ਕਿਸੇ ਦੀ ਕਿੱਡੀ ਵੱਡੀ ਉਮਰ ਹੋਵੇ, ਕਿਸੇ ਦਾ ਕਿੰਨਾ ਵੱਡਾ ਰੁਤਬਾ ਹੋਵੇ, ਕਿੰਨਾ ਵੱਡਾ ਮਰਤਬਾ ਹੋਵੇ, ਕਿੰਨਾ ਵੱਡਾ ਕੋਈ ਗਿਆਨਵੇਤਾ ਹੋਵੇ, ਕਿੰਨਾ ਵੱਡਾ ਕੋਈ ਜਿਹੜਾ ਹੈ ਇੰਟੈਲੈਕਚੁਅਲ ਹੋਵੇ, ਆਲਮ ਫਾਜ਼ਲ ਹੋਵੇ, ਗੁਰੂ ਦੇ ਸਾਹਮਣੇ ਸਾਰੇ ਹੀ ਇਆਣੇ ਨੇ, ਸਾਰੇ ਬੱਚੇ ਨੇ। ਗੁਰ ਕੀ ਮੱਤ ਤੂੰ ਲੈ ਇਆਣੇ, ਐ ਬੰਦਿਆ ਤੂੰ ਗੁਰੂ ਦੀ ਮੱਤ ਲੈ। ਤੇ ਜੇ ਨਹੀਂ ਲਿੱਤੀ ਫਿਰ ਕੀ ਹੋਏਗਾ? ਕਹਿੰਦੇ ਨੇ ਭਗਤ ਬਿਨਾ ਬਹੁ ਡੂਬੇ ਸਿਆਣੇ। ਭਗਤੀ ਤੋਂ ਬਿਨਾ ਵੱਡੇ ਵੱਡੇ ਸਿਆਣੇ ਜਿਹੜੇ ਨੇ ਉਹ ਡੁੱਬ ਗਏ, ਉਹ ਚਲੇ ਗਏ, ਉਹ ਬਰਬਾਦ ਹੋ ਗਏ। ਉਹਨਾਂ ਦੀ ਲਾਈਫ ਦੇ ਅੰਦਰ ਕੋਈ ਚੇਂਜ ਨਹੀਂ ਆ ਪਾਇਆ, ਕੋਈ ਸ਼ਾਂਤ ਅਵਸਥਾ ਦੇ ਅੰਦਰ ਉਹ ਆਪਣੀ ਜ਼ਿੰਦਗੀ ਬਤੀਤ ਨਹੀਂ ਕਰ ਪਾਏ। ਉਹ ਅੱਜ ਤੋਂ 20-25 ਸਾਲ ਪਹਿਲਾਂ ਵੀ ਉਹਨਾਂ ਦੇ ਮਨ ਅਸ਼ਾਂਤ ਸੀ, ਉਹ ਅੱਜ ਵੀ ਅਸ਼ਾਂਤ ਨੇ। ਔਰ ਜਿਸ ਤਰ੍ਹਾਂ ਤੇ ਜ਼ਿੰਦਗੀ ਜੀ ਰਹੇ ਨੇ, ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸ਼ਾਂਤ ਹੋਣ। ਸੋ ਗੁਰੂ ਦੀ ਮੱਤ ਲੈਣ ਦੇ ਵਾਸਤੇ ਸਾਨੂੰ ਸਰੈਂਡਰ ਕਰਨਾ ਪਵੇਗਾ ਆਪਣੀ ਮੱਤ ਦਾ। ਮੱਥਾ ਟੇਕਣ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਗੁਰੂ ਪਾਤਸ਼ਾਹ ਜੀ, ਮੈਂ ਡਿਸੀਜਨ ਨਹੀਂ ਲੈ ਪਾ ਰਿਹਾ, ਮੈਂ ਆਪਣਾ ਕੋਈ ਡਿਸੀਜਨ ਨਹੀਂ ਲੈ ਪਾ ਰਿਹਾ, ਕਿਉਂਕਿ ਮੇਰੇ ਅੰਦਰ ਉਹ ਦ્વੈਤ ਹੈ, ਮੇਰੇ ਵਿਚਾਰਾਂ ਦੇ ਅੰਦਰ ਉਹ ਦੋਏ ਹੈ ਜਿਹੜੀ ਮੈਨੂੰ ਪਰੇਸ਼ਾਨ ਕਰਦੀ ਹੈ। ਮੈਂ ਆਪਣੀ ਡਿਸੀਜਨ ਲੈਣ ਦੇ ਯੋਗ ਨਹੀਂ। ਤੇ ਮੱਥਾ ਇਸੇ ਕਰਕੇ ਟੇਕਦੇ ਹਾਂ ਕਿ ਪਾਤਸ਼ਾਹ ਜੀ, ਮੈਂ ਆਪਣੀ ਮੱਤ ਨੂੰ ਸਰੈਂਡਰ ਕਰਦਾ ਤੁਹਾਡੇ ਸਾਹਮਣੇ, ਮੈਂ ਡਿਸੀਜਨ ਨਹੀਂ ਲੈ ਪਾ ਰਿਹਾ, ਹਾਂ ਤੁਸੀਂ ਮੈਨੂੰ ਸਹਿਯੋਗ ਕਰੋ, ਮੈਂ ਤੁਹਾਡੀ ਮੱਤ ਦੇ ਮੁਤਾਬਕ ਆਪਣਾ ਡਿਸੀਜਨ ਲੈ ਸਕਾਂ, ਤਾਂ ਕਿ ਮੈਂ ਇਸ ਦ્વੈਤ ਤੋਂ ਮੇਰਾ ਛੁਟਕਾਰਾ ਹੋ ਸਕੇ। ਇੱਕੋ ਇੱਕ ਹੱਲ ਹੈ ਇਹਦਾ, ਹੋਰ ਇਹਦਾ ਕੋਈ ਹੱਲ ਨਹੀਂ। ਅਬ ਹਮ ਚਲੀ ਠਾਕੁਰ ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਹੁਣ ਕਹਿੰਦੇ ਨੇ ਵੀ ਮੈਂ ਹੁਣ ਤੇਰੀ ਸ਼ਰਨ ਦੇ ਵਿੱਚ ਆ ਗਿਆ ਹਾਂ, ਹੁਣ ਮੈਂ ਤੇਰੀ ਸ਼ਰਨ ਵਿੱਚ ਆ ਗਿਆ, ਹੁਣ ਤੂੰ ਜਿਵੇਂ ਰੱਖੇਗਾ, ਭਾਵੇਂ ਰੱਖ ਲੈ ਭਾਵੇਂ ਮਾਰ ਦੇ, ਇਹ ਤੇਰੇ ਉੱਤੇ ਡਿਪੈਂਡ ਕਰਦਾ ਹੈ। ਇਹ ਗੁਰੂ ਇੰਨੀ ਸਮਰਪਣ ਭਾਵ ਦੇ ਨਾਲ ਜਦੋਂ ਅਸੀਂ ਆਪਣੇ ਆਪਾ ਭਾਵ ਨੂੰ ਸਮਰਪਿਤ ਕਰਕੇ, ਆਪਣੀ ਈਗੋ ਨੂੰ ਦਾ ਤਿਆਗ ਕਰਕੇ ਜਾਂਦੇ ਹਾਂ ਗੁਰੂ ਦੇ ਕੋਲ, ਤੇ ਉਸ ਸਮੇਂ ਦੇ ਅੰਦਰ ਸਾਡੇ ਇਹ ਜਿਹੜੀ ਦ્વੈਤ ਹੈ ਸਾਡੇ ਜੀਵਨ ਦੇ ਅੰਦਰ, ਜਿਹੜੀ ਸਾਨੂੰ ਵਾਰ-ਵਾਰ ਪਰੇਸ਼ਾਨ ਕਰਦੀ ਹੈ, ਫਿਰ ਇਹ ਦ્વੈਤ ਸਾਨੂੰ ਪਰੇਸ਼ਾਨ ਨਹੀਂ ਕਰਦੀ। ਉਹ ਦ્વੈਤ ਸਾਡੀ ਮੈਰਿਡ ਲਾਈਫ ਦੇ ਵਿੱਚ ਹੋਏ ਕਿ ਮੈਰਿਡ ਲਾਈਫ ਵਿੱਚ ਅਸੀਂ ਕੋਈ ਡਿਸੀਜਨ ਤੇ ਨਹੀਂ ਪਹੁੰਚ ਪਾਉਂਦੇ, ਕਈ ਵਾਰੀ ਉਹ ਦ્વੈਤ ਕਰਕੇ ਤਾਂ ਉਮਰ ਹੀ ਅਸੀਂ ਆਪਣੇ ਝਗੜਿਆਂ ਦੇ ਵਿੱਚ ਬਤੀਤ ਕਰ ਦਿੰਦੇ ਹਾਂ। ਉਹ ਦ્વੈਤ ਜਿਹੜੀ ਹੈ ਉਹ ਸਾਡੇ ਬੱਚਿਆਂ ਦੇ ਨਾਲ ਹੋਵੇ ਕਿ ਜਦੋਂ ਅਸੀਂ ਆਪਣੇ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਹਾਂ, ਉਦੋਂ ਸਾਡੇ ਮਾਈਂਡ ਦੇ ਵਿੱਚ ਇਹ ਦ્વੈਤ ਕੰਮ ਕਰਦੀ ਹੈ, ਇਹ ਡੁਐਲਿਟੀ ਕੰਮ ਕਰਦੀ ਹੈ। ਇਹ ਦ્વੈਤ ਜਿਹੜੀ ਹੈ ਸਾਡੇ ਸਮਾਜ ਦੇ ਵਿੱਚ ਵੀ ਸਾਨੂੰ ਪਰੇਸ਼ਾਨ ਕਰਦੀ ਹੈ ਕਿ ਜਿੱਥੇ ਅਸੀਂ ਆਪਣੇ ਰਿਲੇਸ਼ਨਸ਼ਿਪ ਬਿਲਡ ਹੀ ਨਹੀਂ ਕਰ ਪਾਉਂਦੇ ਕਿਸੇ ਦੇ ਨਾਲ, ਨਾ ਆਪਣੇ ਗੁਆਂਢੀਆਂ ਦੇ ਨਾਲ,
ਨਾ ਸਮਾਜ ਦੇ ਵਿੱਚ, ਨਾ ਰਿਸ਼ਤੇਦਾਰਾਂ ਦੇ ਵਿੱਚ। ਇਹ ਦਵੈਤ ਸਾਨੂੰ ਹਮੇਸ਼ਾ ਪਰੇਸ਼ਾਨ ਕਰਦੀ ਹੈ। ਔਰ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਜਾਂ ਅਸੀਂ ਕੋਈ ਧਾਰਮਿਕ ਕਰਮ ਕਰਦੇ ਹਾਂ, ਇਹ ਦਵੈਤ ਸਾਨੂੰ ਉੱਥੇ ਵੀ ਪਰੇਸ਼ਾਨ ਕਰਦੀ ਹੈ। ਜਿਹੜੀ ਅਸੀਂ ਚੌਥੀ ਵੰਨਗੀ ਡਿਸਕਸ ਕੀਤੀ ਸੀ ਕਿ ਉਹ ਤੀਜੀ ਵੰਨਗੀ ਕਿ ਜਿਸ ਦਵੈਤ ਦੇ ਅੰਦਰ ਜਾ ਕੇ ਬੰਦਾ ਆਪਣੇ ਆਪ ਨੂੰ ਧਰਮੀ ਵੀ ਕਹਿਣਾ ਚਾਹੁੰਦਾ ਹੈ ਔਰ ਬੰਦਾ ਉਹ ਸਾਰੇ ਕੰਮ ਵੀ ਕਰਨਾ ਚਾਹੁੰਦਾ ਹੈ ਜਿਹੜੇ ਨਾ ਕਰਨ ਯੋਗ ਨੇ। ਯਾਨੀ ਕਿ ਇਹ ਦਵੈਤ ਸਾਨੂੰ ਉੱਥੇ ਵੀ ਪਰੇਸ਼ਾਨ ਕਰ ਰਹੀ ਹੈ। ਇਹਦਾ ਮਤਲਬ ਕੀ ਹੈ ਕਿ ਅਸੀਂ ਪੂਰਨ ਤੌਰ ਤੇ ਆਪਣੇ ਆਪ ਨੂੰ ਸਮਰਪਿਤ ਨਹੀਂ ਕੀਤਾ। ਇਸੇ ਕਰਕੇ ਭਗਤ ਕਬੀਰ ਸਾਹਿਬ ਕਹਿ ਰਹੇ ਨੇ ਕਿ ਆ ਜਿਹੜੇ ਜੋਗੀ ਨੇ, ਜੰਗਮ ਨੇ, ਸਰੇਵੜੇ ਨੇ, ਬੋਧੀ ਨੇ, ਸੰਨਿਆਸੀ ਨੇ, ਵੱਡੇ ਵੱਡੇ ਇਹ ਤਪੀਸ਼ਰ ਨੇ, ਇਸਲਾਮ ਮਤ ਦੇ ਧਾਰਨੀ ਨੇ, ਸਨਾਤਨੀ ਜਿਹੜੇ ਵੀਰ ਆਪਣੇ ਉਹ ਸਾਰੇ ਠਾਕੁਰ ਦੁਆਰਿਆਂ ਦੀਆਂ ਪੂਜਾਵਾਂ ਕਰਦੇ ਨੇ, ਉਹ ਸਾਰੇ ਕਰਮ ਕਾਂਡ ਨਿਭਾਉਂਦੇ ਨੇ। ਆ ਦਵੈਤ ਤੇਰੇ ਨਾਲ ਤੇਰੇ ਅਧੀਨ ਹੀ ਨੇ ਸਾਰੇ ਦੇ ਸਾਰੇ, ਔਰ ਤੇਰੇ ਤੋਂ ਡਰੇ ਪਏ ਨੇ, ਸਹਿਮੇ ਪਏ ਨੇ। ਇਸ ਪਾਵਨ ਸ਼ਬਦ ਦੇ ਅੰਦਰ, ਇਸ ਪਾਵਨ ਸ਼ਲੋਕ ਦੇ ਅੰਦਰ ਕਬੀਰ ਸਾਹਿਬ ਸਾਨੂੰ ਇਹ ਸਮਝਾਉਣਾ ਕਰਦੇ ਨੇ। ਔਰ ਇਸ ਤੋਂ ਬਾਅਦ ਦਾ ਜਿਹੜਾ ਸ਼ਲੋਕ ਹੈ ਲੜੀ, ਇਸੇ ਹੀ ਲੜੀ ਦੇ ਅੰਦਰ ਸਾਨੂੰ ਸਮਝਾਉਂਦੇ ਨੇ ਹੁਣ ਇਹਦਾ ਹੱਲ ਕੀ ਹੋਏਗਾ, ਦਵੈਤ ਦਾ ਹੱਲ ਅਸੀਂ ਕਿੱਦਾਂ ਕਰ ਸਕਦੇ ਹਾਂ, ਇਸ ਤੋਂ ਛੁਟਕਾਰਾ ਅਸੀਂ ਕਿਵੇਂ ਪ੍ਰਾਪਤ ਕਰ ਸਕਦੇ ਹਾਂ। ਤੇ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, तेरा तुझको सौंपते क्या लागै मेरा। ਇਹਦਾ ਮਤਲਬ ਹੈ ਕਿ ਮੇਰਾ ਜਿਹੜਾ ਕੁਝ ਵੀ ਖਤਮ ਨਹੀਂ ਹੁੰਦਾ, ਮੈਂ ਤੇਰੇ ਅੱਗੇ ਕੁਝ ਐਸਾ ਕੁਝ ਅਰਪਣ ਵੀ ਨਹੀਂ ਕਰ ਸਕਦਾ ਕਿਉਂਕਿ ਮੇਰੇ ਪਾਸ ਆਪਣਾ ਤੇ ਕੁਝ ਹੈ ਹੀ ਨਹੀਂ। ਜੇ ਅਖਰੀ ਅਰਥ ਅਸੀਂ ਕਰੀਏ ਕਿ ਮੇਰਾ ਜੋ ਕੁਝ ਮੇਰੇ ਪਾਸ ਹੈ, ਤਨ ਹੈ, ਮਨ ਹੈ, ਧਨ ਹੈ, ਇਸ ਵਿੱਚ ਕੋਈ ਐਸੀ ਚੀਜ਼ ਨਹੀਂ ਜਿਸ ਨੂੰ ਮੈਂ ਆਖ ਸਕਾਂ ਮੇਰੀ ਹੈ ਕਿ ਵਾਹਿਗੁਰੂ ਜੀ ਮੈਂ ਤੇਰੇ ਅੱਗੇ ਧਨ ਭੇਟਾ ਕਰਦਾ ਹਾਂ, ਧਨ ਵੀ ਮੇਰਾ ਨਹੀਂ, ਇਹ ਵੀ ਤੇਰਾ ਦਿੱਤਾ ਹੋਇਆ ਹੈ। ਭਾਵੇਂ ਅਸੀਂ ਅਰਦਾਸਾਂ ਕਰਦੇ ਹਾਂ, ਅਸੀਂ ਪੱਥਰ ਵੀ ਲਵਾ ਲੈਂਦੇ ਹਾਂ, ਅਸੀਂ ਆਪਣੇ ਨਾਮ ਜਿਹੜੇ ਨੇ ਉਹ ਚਾਹੁੰਦੇ ਹਾਂ ਕਿ ਧਾਰਮਿਕ ਤੌਰ ਦੇ ਉੱਤੇ ਜਿਹੜੇ ਲੋਕ ਨੇ ਉਹ ਸਾਡੀ ਵਾਹਵਾਹੀ ਵੇਖਣ ਕੇ ਧਰਮੀ ਤੌਰ ਤੇ ਉੱਤੇ ਇਹਨੇ ਇੰਨਾ ਵੱਡਾ ਦਾਨ ਦਿੱਤਾ ਹੈ, ਇੰਨਾ ਵੱਡਾ ਇਸਨੇ ਕੰਮ ਕਰਾਇਆ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਕਬੀਰ ਸਾਹਿਬ ਕਹਿੰਦੇ ਨੇ ਮੇਰਾ ਕੁਝ ਹੈ ਹੀ ਨਹੀਂ, ਨਾ ਮੇਰਾ ਤਨ, ਨਾ ਮੇਰਾ ਧਨ ਔਰ ਨਾ ਹੀ ਮੇਰਾ ਮਨ, ਇਹ ਸਾਰਾ ਕੁਝ ਤੇਰਾ ਹੈ। ਤੇਰਾ ਤੁਝਕੋ ਸੌਂਪਤੇ ਕਿਆ ਲੱਗਾ ਮੇਰਾ। ਹੁਣ ਮੈਂ ਆਪਣਾ ਸਾਰਾ ਕੁਝ, ਤਨ ਮਨ ਧਨ, ਮੈਂ ਤੈਨੂੰ ਸੌਂਪ ਰਿਹਾ। ਇੱਥੇ ਕਬੀਰ ਸਾਹਿਬ ਜੀ ਸਾਨੂੰ ਸਮਝਾਉਣਾ ਕਰਦੇ ਨੇ ਕਿ ਇਹ ਬੰਦਿਆ, ਜੇ ਤੂੰ ਆਪਣੇ ਆਪ ਜੀਵਨ ਦੇ ਅੰਦਰ ਭਾਵਾਰਥ ਤੁਸੀਂ ਸਮਝਾਂਗੇ ਕਿ ਜੇ ਤੂੰ ਆਪਣੀ ਹਉਮੈ ਨੂੰ, ਆਪਣੀ ਈਗੋ ਨੂੰ ਉਹਦਾ ਤਿਆਗ ਨਹੀਂ ਕੀਤਾ, ਜੇ ਮੈਂ ਮੇਰੀ ਕਰਦਾ ਰਿਹਾ, ਇਸ ਦਵੈਤ ਨੂੰ ਖਤਮ ਨਹੀਂ ਕਰ ਸਕੇਗਾ। ਉਸ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਫਲਸਫੇ ਦੇ ਨਾਲ ਜੁੜ ਨਹੀਂ ਪਾਏਗਾ, ਤਪਦਾ ਰਹੇਗਾ, ਸੜਦਾ ਰਹੇਗਾ, ਖੁਦਗਰਜ਼ੀ ਵਾਲਾ ਜੀਵਨ ਬਤੀਤ ਕਰਦਾ ਰਹੇਗਾ। ਜੇ ਐਸੀ ਅਵਸਥਾ ਦਾ ਮਾਲਕ ਰਿਹਾ, ਐਸੇ ਇਨਸਾਨਾਂ ਦੀ ਬਹੁਤ ਤਰਸਯੋਗ ਹਾਲਾਤ ਹੋ ਜਾਂਦੇ ਨੇ। ਜਦੋਂ ਅਸੀਂ ਅਗਲੇਰੇ ਸ਼ਲੋਕਾਂ ਦੀ ਵਿਚਾਰ ਕਰਾਂਗੇ ਨਾ, ਤੇ ਅਗਲੇਰੇ ਸ਼ਲੋਕਾਂ ਦੇ ਅੰਦਰ ਨਾ ਉਹਦੇ ਅੰਦਰ ਕਬੀਰ ਸਾਹਿਬ ਜੀ ਸਮਝਾਉਣਗੇ ਸਾਨੂੰ ਕਿ ਜੇ ਇਸੇ ਹੀ ਢਰੇ ਤੇ ਚੱਲਦਾ ਰਿਹਾ ਨਾ, ਆਪਣੀ ਈਗੋ ਦਾ ਤਿਆਗ ਨਹੀਂ ਕੀਤਾ, ਲਾਈਫ ਦੇ ਵਿੱਚ ਨਾ ਜੋ ਅੱਜ ਤੱਕ ਪਰੇਸ਼ਾਨ ਹੁੰਦਾ ਆਇਆ ਹੈ, ਕਿਸ ਢੰਗ ਦੇ ਨਾਲ ਪਿਸਦਾ ਰਿਹਾ ਹਮੇਸ਼ਾ, ਕਿਤੇ ਰਿਲੇਸ਼ਨਸ਼ਿਪ ਦੇ ਅੰਦਰ ਰੋਜ਼ਾਨਾ ਮਰਦਾ ਨਾ ਬੰਦਾ, ਕਿਤੇ ਆਪਣੇ ਪਾਰਟਨਰ ਦੇ ਨਾਲ ਈਗੋ ਦੀ ਪ੍ਰੋਬਲਮ ਆ ਗਈ, ਮਰ ਗਿਆ, ਕਿਤੇ ਬੱਚਿਆਂ ਦੇ ਨਾਲ ਆ ਗਈ, ਖਤਮ ਹੋ ਗਿਆ, ਕਿਤੇ ਕਿਸੇ ਵਿਆਹ ਢੰਗ ਦੇ ਵਿੱਚ ਜਾਂਦਾ ਹੈ, ਉੱਥੇ ਜਾ ਕੇ ਝਗੜਾ ਕਰਕੇ ਆ ਜਾਂਦਾ ਹੈ, ਕਿਤੇ ਉੱਥੇ ਜਾ ਕੇ ਇਹੀ ਈਗੋ ਹੈ ਕਿ ਮੈਨੂੰ ਕਿਸੇ ਨੇ ਪੁੱਛਿਆ ਨਹੀਂ, ਮੈਨੂੰ ਫਰੰਟ ਸੀਟ ਤੇ ਨਹੀਂ ਕਿਸੇ ਨੇ ਬਿਠਾਇਆ, ਕਿ ਇੰਨਾ ਹੀ ਝਗੜਾ ਜਿਹੜਾ ਹੈ ਇਹ ਬੰਦੇ ਨੂੰ ਪਰੇਸ਼ਾਨ ਕਰਦਾ ਰਹਿੰਦਾ ਹੈ। ਸਾਡੇ ਪਿੰਡ ਦੇ ਵਿੱਚ ਨਾ ਇੱਕ ਘਟਨਾ ਵਾਪਰੀ, ਉਹ ਅਕਸਰ ਪਿੰਡ ਦੇ ਵਿੱਚ ਹੁੰਦਾ ਕੀ ਸੀ ਕਿ ਜਦੋਂ ਵਿਆਹ ਵਾਲੀ ਜਿਹੜੀ ਬਰਾਤ ਜਾਂਦੀ ਸੀ ਤੇ ਮੱਥਾ ਟੇਕਣ ਵਾਸਤੇ ਗੁਰਦੁਆਰਾ ਸਾਹਿਬ ਜਾਂਦੇ ਸੀ, ਤੇ ਸਾਡੇ ਘਰ ਦੇ ਬਿਲਕੁਲ ਸਾਹਮਣੇ ਗੁਰਦੁਆਰਾ ਸਾਹਿਬ ਸੀਗਾ। ਤੇ ਅਸੀਂ ਬਾਹਰ ਆਏ ਤੇ ਵੇਖਿਆ ਕਿ ਵੀ ਬਰਾਤ ਤਿਆਰ ਹੈ ਤੇ ਮੱਥਾ ਟੇਕਣ ਵਾਸਤੇ ਜਿਹੜੇ ਨੇ ਉਹ ਖੜੇ ਨੇ, ਮੱਥਾ ਟੇਕ ਲਿਆ ਦੁੱਲੇ ਨੇ, ਸਾਰੀ ਬਰਾਤ ਤਿਆਰ ਹੈ, ਇੰਤਜ਼ਾਰ ਹੋ ਰਿਹਾ ਸੀ ਫੁੱਫੜ ਦਾ ਇੰਤਜ਼ਾਰ ਹੋ ਰਿਹਾ ਸੀ। ਉਹ ਕਹਿੰਦੇ ਜੀ ਫੁੱਫੜ ਆਇਆ ਨਹੀਂ, ਫੁੱਫੜ ਆਪਣੇ ਟਾਈਮ ਨਾਲ ਬੜੇ ਪਿਆਰ ਨਾਲ ਮੜਕ ਦੇ ਨਾਲ ਤੁਰ ਕੇ ਆ ਰਿਹਾ, ਪਹਿਲਾਂ ਹੀ ਲੇਟ ਸੀ, ਹੁਣ ਪਿੰਡਾਂ ਥਾਵਾਂ ਦੇ ਵਿੱਚ ਪਹਿਲਾਂ ਹੀ ਲੇਟ ਸੀ ਬਰਾਤ, ਜਾਣਾ ਵੀ ਦੂਰ ਸੀ, ਸਾਰੇ ਪਰੇਸ਼ਾਨ ਨੇ, ਪਰ ਆਖੇ ਤੇ ਕੌਣ ਆਖੇ ਹੁਣ, ਤੇ ਆਪਣੀ ਚਾਲ ਦੇ ਵਿੱਚ ਆਇਆ ਤੇ ਆ ਕੇ ਜਦੋਂ ਖੜਾ ਹੋ ਗਿਆ ਉੱਥੇ ਆ ਕੇ,
ਤੇ ਉਸਨੇ ਵੇਖਿਆ ਵੀ, ਉਹਨੂੰ ਕਿਹਾ ਵੀ ਸਾਰੇ ਸੱਜਣਾ ਨੇ ਜਿਹੜੇ ਰਿਸ਼ਤੇਦਾਰ ਸਨ ਵੀ ਤੂੰ ਬਹਿ ਜਾ ਪਿੱਛੇ ਸੀਟ ਦੇ ਵਿੱਚ, ਤੇਰੇ ਵਾਸਤੇ ਅਸੀਂ ਗੱਡੀ ਦੇ ਅੰਦਰ ਸੀਟ ਰੱਖੀ ਹੈ, ਆਪਾਂ ਲੇਟ ਹੋ ਰਹੇ ਹਾਂ, ਚਲੋ ਚੱਲਦੇ ਹਾਂ, ਤੁਹਾਡੀ ਹੀ ਇੰਤਜ਼ਾਰ ਕਰ ਰਹੇ ਸੀ। ਉਹ ਕਹਿੰਦਾ ਵੀ ਮੇਰੀ ਸੀਟ ਤੇ ਦੁੱਲੇ ਦੇ ਨਾਲ ਸੀਗੀ, ਮੈਂ ਤੇ ਦੁੱਲੇ ਵਾਲੀ ਗੱਡੀ ਦੇ ਵਿੱਚ ਬਹਿਣਾ ਸੀ। ਤੇ ਉਹ ਕਹਿਣ ਲੱਗੀ ਵੀ ਉੱਥੇ ਬੀਬੀ ਬਹਿ ਗਈ ਹੈ, ਕੋਈ ਗੱਲ ਨਹੀਂ, ਵੀ ਉਹਦੀ ਭੈਣ ਬਹਿ ਗਈ ਹੈ ਤੇ ਤੁਸੀਂ ਪਿੱਛੇ ਬਹਿ ਜਾਓ। ਉਹ ਫੁੱਫੜ ਨੇ ਨਾ ਪੱਗ ਪਿੱਛੋਂ ਫੜ ਕੇ ਨਾ ਵਗਾ ਕੇ ਮਾਰੀ ਅੱਗੇ, ਤੇ ਵਗਾ ਕੇ ਮਾਰੀ ਪੱਗ, ਘੁੰਮ ਕੇ ਨਾ ਉਹ ਦੁੱਲੇ ਦੀ ਗੱਡੀ ਦੇ ਅੱਗੇ ਡਿੱਗੀ ਬੋਨਟ ਤੇ। ਕਹਿੰਦਾ ਵੀ ਮੈਂ ਨਹੀਂ ਜਾਂਦਾ ਐਸੇ ਬਰਾਤ ਦੇ ਵਿੱਚ, ਐਸੇ ਵਿਆਹ ਦੇ ਅੰਦਰ ਜਿੱਥੇ ਕਿ ਮੇਰੇ ਨਾਲ ਐਸਾ ਵਿਵਹਾਰ ਹੋ ਰਿਹਾ ਹੈ ਕਿ ਮੈਨੂੰ ਅਗਲੀ ਸੀਟ ਤੇ ਨਹੀਂ ਬਿਠਾਇਆ ਜਾ ਰਿਹਾ। ਐਸੇ ਝਗੜੇ, ਐਸੇ ਈਗੋ ਦੇ ਝਗੜੇ, ਔਰ ਇਹ ਆਮ ਝਗੜੇ ਨੇ ਕਿ ਮੈਨੂੰ ਪੁੱਛਿਆ ਨਹੀਂ ਜਾ ਰਿਹਾ, ਮੈਨੂੰ ਪਹਿਲ ਨਹੀਂ ਦਿੱਤੀ ਜਾ ਰਹੀ, ਮੇਰੀ ਗੱਲ ਨਹੀਂ ਕੋਈ ਸੁਣਦਾ। ਰਿਸ਼ਤੇਦਾਰੀਆਂ ਦੇ ਵਿੱਚ ਬੰਦਾ ਮਰਦਾ ਹੈ, ਝਗੜਦਾ ਹੈ। ਫਿਰ ਜਦੋਂ ਦੋਸਤੀਆਂ ਦੇ ਵਿੱਚ ਜਾਂਦਾ ਹੈ, ਜਦੋਂ ਸਮਾਜ ਦੇ ਅੰਦਰ ਵਿਚਰਦਾ ਹੈ, ਹਰ ਪਲ ਮਰਦਾ ਹੈ, ਹਰ ਪਲ ਝਗੜਦਾ ਹੈ। ਆਖਰ ਨੂੰ ਕੀ ਹੁੰਦਾ ਹੈ ਕਿ ਬੰਦੇ ਨੂੰ ਕਹਿੰਦੇ ਨੇ ਵੀ ਇਸ ਨੂੰ ਲੰਬੇ ਰੱਖੋ, ਇਹ ਕਿਤੇ ਵੀ ਜਾਏਗਾ ਤੇ ਕਲੇਸ਼ ਪਾਏਗਾ, ਕਿਉਂਕਿ ਇਹ ਇਗੋਇਸਟਿਕ ਹੈ, ਇਹਦੀ ਨੇਚਰ ਦੇ ਅੰਦਰ ਹੰਕਾਰ ਹੈ, ਇਹਦੀ ਨੇਚਰ ਦੇ ਵਿੱਚ ਸਮੱਸਿਆ ਹੈ। ਸੋ ਕਬੀਰ ਸਾਹਿਬ ਜੀ ਕਹਿੰਦੇ ਨੇ, ਇਹਨਾਂ 2 ਸ਼ਲੋਕਾਂ ਦੇ ਵਿੱਚ ਸਾਨੂੰ ਸਮਝਾਉਂਦੇ ਨੇ, ਕਹਿੰਦੇ ਨੇ ਕਿ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗੈ ਮੇਰਾ। ਹੁਣ ਕਹਿੰਦੇ ਕਿ ਆਪਣੀ ਈਗੋ ਨੂੰ ਖਤਮ ਕਰਨ ਦੇ ਵਾਸਤੇ ਤੈਨੂੰ ਯਤਨ ਕਰਨਾ ਪਵੇਗਾ। ਅਗਲੇਰੇ ਸ਼ਲੋਕ ਦੇ ਅੰਦਰ ਸਮਝਾਉਂਦੇ ਨੇ, ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਕਬੀਰ ਸਾਹਿਬ ਕਹਿੰਦੇ ਨੇ ਕਿ ਪ੍ਰਭੂ ਦੇ ਦਰ ਤੇ ਇਹ ਆਖੇ, ਪ੍ਰਭੂ ਤੇਰੀ ਮਿਹਰ ਨਾਲ ਹਰ ਵੇਲੇ ਤੇਰਾ ਸਿਮਰਨ ਕਰਦੇ ਆਂ, ਯਾਨੀ ਕਿ ਤੈਨੂੰ ਚੇਤਾ ਰੱਖਦੇ ਆਂ, ਤੈਨੂੰ ਯਾਦ ਰੱਖਦੇ ਆਂ, ਮੈਂ ਤੇਰੇ ਵਿੱਚ ਲੀਨ ਹੋ ਗਿਆ ਹਾਂ। ਹੁਣ ਮੇਰੇ ਅੰਦਰ ਨਾ ਮੈਂ ਵਾਲਾ ਖਿਆਲ ਨਹੀਂ ਹੁੰਦਾ, ਮੈਂ ਪਹਿਲ ਆਪਣੇ ਆਪ ਨੂੰ ਨਹੀਂ ਦਿੰਦਾ, ਮੇਰੇ ਅੰਦਰ ਮੈਂ ਵਾਲਾ ਖਿਆਲ ਨਹੀਂ ਆਂਦਾ। ਹੁਣ ਮੇਰੇ ਅੰਦਰ ਉਹ ਵਿਤਕਰਾ ਆਪਣੇ ਔਰ ਪਰਾਏ ਦਾ ਮਿਟ ਗਿਆ ਹੈ, ਉਹ ਦ્વੈਤ ਭਾਵਨਾ, ਉਹ ਦੋਏ ਜਿਹੜੀ ਹੈ ਉਹ ਖਤਮ ਹੋ ਗਈ ਹੈ। ਹੁਣ ਮੇਰੇ ਅੰਦਰ ਮੈਂ ਜਿੱਥੇ ਵੀ ਦੇਖਦਾ ਮੈਨੂੰ ਤੂੰ ਹੀ ਤੂੰ ਨਜ਼ਰ ਆਉਂਦਾ ਹੈ, ਮੈਨੂੰ ਸਾਰੇ ਜੀਆਂ ਦੇ ਵਿੱਚ ਤੂੰ ਨਜ਼ਰ ਆਉਂਦਾ ਹੈ, ਮੈਨੂੰ ਰੱਬ ਨਜ਼ਰ ਆਉਂਦਾ ਹੈ। ਤੇ ਜਦੋਂ ਐਸੀ ਅਵਸਥਾ ਆ ਜਾਂਦੀ ਹੈ ਨਾ, ਤੇ ਇਹ ਅਵਸਥਾ ਅਸੀਂ ਕਹਿ ਸਕਦੇ ਹਾਂ ਕਿ ਇਹ ਐਸੀ ਅਵਸਥਾ ਹੈ ਜਿਸ ਅਵਸਥਾ ਦੇ ਅੰਦਰ ਹਰ ਇੱਕ ਜੀਅ ਦੇ ਵਿੱਚ ਸਾਨੂੰ ਰੱਬ ਦਿਸਦਾ ਹੈ, ਕੋਈ ਬੇਗਾਨਾ ਨਹੀਂ ਦਿਸੇਗਾ। ਫਿਰ ਕੋਈ ਵੀ ਬੇਗਾਨਾ, ਆਪਣੀਆਂ ਸੰਪਰਦਾਵਾਂ ਵੀ ਬੇਗਾਨੀਆਂ ਨਹੀਂ ਦਿਸਣਗੀਆਂ। ਅਸੀਂ ਕਿਸੇ ਬੰਦੇ ਤੋਂ ਨਫ਼ਰਤ ਨਹੀਂ ਕਰਨੀ, ਅਸੀਂ ਕਿਸੇ ਬੰਦੇ ਤੋਂ ਨਫ਼ਰਤ ਨਹੀਂ ਕਰਨੀ। ਕਈ ਵਾਰੀ ਹੋ ਜਾਂਦਾ ਹੈ ਕਿ ਕਈ ਖਾਸ ਜਿਹੜੇ ਪਹਿਰਾਵੇ ਹੁੰਦੇ ਨੇ, ਸਾਡੇ ਵਿਚਾਰ ਨਹੀਂ ਰਲਦੇ, ਕੋਈ ਗੱਲ ਨਹੀਂ, ਹੈ ਤੇ ਇਨਸਾਨ ਨਾ, ਹੈ ਤੇ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਅੰਸ਼। ਕਹਿੰਦੇ ਨੇ ਵਿਚਾਰ ਦੇ ਨਾਲ ਕਨਫਲਿਕਟ, ਕੋਈ ਸਾਡਾ ਮਤਭੇਦ ਹੋ ਸਕਦਾ ਹੈ, ਪਰ ਸਿੱਖ ਦਾ ਇਹ ਮਤਲਬ ਨਹੀਂ ਕਿ ਕਿਸੇ ਤੋਂ ਨਫ਼ਰਤ ਕਰੇ, ਕਿਸੇ ਤੋਂ ਨਫ਼ਰਤ ਨਹੀਂ ਕਰਨੀ ਇਸਨੇ। ਸੋ ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਇਸ ਸ਼ਲੋਕ ਦੇ ਅੰਦਰ ਇੱਕ ਈਗੋ ਦੀ ਬਾਤ, ਇੱਕ ਹੰਕਾਰ ਦੀ, ਇੱਕ ਹਉਮੈ ਦੀ ਗੱਲ ਕਰਦੇ ਨੇ। ਔਰ ਬਾਣੀ ਦੇ ਵਿੱਚ ਸਾਨੂੰ ਸਮਝਾਇਆ ਗਿਆ ਕਿ ਈਗੋ ਜਿਹੜੀ ਹੈ ਉਹ ਬੈਲੈਂਸ ਹੋਣੀ ਚਾਹੀਦੀ ਹੈ। ਹਉਮੈ ਦੀ ਰੋਗ ਹੈ दारू ਪੀ ਇਸ ਮਾਹੇ, ਇਹਦਾ ਮਤਲਬ ਹੈ ਕਿ ਜਿੱਦਾਂ ਸਾਨੂੰ ਥਾਇਰਾਇਡ ਹੋ ਗਿਆ, ਤੇ ਥਾਇਰਾਇਡ ਹੋਇਆ ਤੇ ਥਾਇਰਾਇਡ ਦੀ ਅਸੀਂ ਦਵਾਈ ਲਈ, ਥਾਇਰਾਇਡ ਵੱਧ ਗਿਆ ਤਾਂ ਵੀ ਪਰੇਸ਼ਾਨ ਕਰਦਾ ਹੈ, ਘਟ ਗਿਆ ਤਾਂ ਵੀ ਪਰੇਸ਼ਾਨ ਕਰਦਾ ਹੈ। ਇਦਾਂ ਹੀ ਹਉਮੈ ਜਿਹੜੀ ਹੈ, ਜਦੋਂ ਇਹ ਉਸ ਲੈਵਲ ਤੇ ਚਲੀ ਜਾਂਦੀ ਹੈ ਕਿ ਜਦੋਂ ਬੰਦਾ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦਾ ਹੈ, ਜਿਵੇਂ ਕਿ ਉਹ ਸਮਾਂ ਸੀ ਕਿ ਜਦੋਂ ਜਾਤੀਵਾਦ ਕਰਕੇ ਨਾ ਆਮ ਜਿਹੜੀ ਹਿੰਦੁਸਤਾਨ ਦੇ ਅੰਦਰ ਗੁਰੂ ਸਾਹਿਬ ਦੇ ਆਗਮਨ ਦੇ ਸਮੇਂ ਕਿ ਉਹ ਲੋਕ ਹੀਣ ਭਾਵਨਾ ਦੇ ਸ਼ਿਕਾਰ ਹੋ ਗਏ ਸੀ। ਉਹਨਾਂ ਨੂੰ ਕਿਹਾ ਗਿਆ ਵੀ ਇਹ ਤੇ ਪੜ੍ਹ ਹੀ ਨਹੀਂ ਸਕਦੇ, ਉਹਨਾਂ ਨੂੰ ਇਹ ਕਿਹਾ ਜਾਂਦਾ ਸੀ ਇਹਨਾਂ ਦੇ ਦਿਮਾਗ ਬੜੇ ਛੋਟੇ ਨੇ, ਇਹ ਲੋਕ ਪੜ੍ਹ ਨਹੀਂ ਸਕਦੇ, ਇਹ ਲੋਕ ਗਿਆਨ ਹਾਸਲ ਨਹੀਂ ਕਰ ਸਕਦੇ, ਕਿਉਂਕਿ ਇਹ ਸ਼ੂਦਰ ਨੇ, ਅਖੁੱਤੀ ਨੀਵੀਂ ਜਾਤਾਂ ਵਾਲੇ ਨੇ। ਇੱਕ ਐਸਾ ਝੂਠ ਫੈਲਾਇਆ ਗਿਆ, ਤੇ ਕਹਿੰਦੇ ਨੇ ਨਾ 1000 ਵਾਰ ਝੂਠ ਬੋਲੋ ਸੱਚ ਹੋ ਜਾਂਦਾ ਹੈ। ਉਹ ਬੰਦਿਆਂ ਦੇ ਅੰਦਰ ਇੰਨੀ ਹੀਣ ਭਾਵਨਾ ਆ ਗਈ ਸੀ ਕਿ ਉਹ ਲੋਕ ਕਹਿੰਦੇ ਸਨ ਕਿ ਅਸੀਂ ਤੇ ਪੜ੍ਹ ਹੀ ਨਹੀਂ ਸਕਦੇ, ਅਸੀਂ ਗਿਆਨ ਹਾਸਲ ਹੀ ਨਹੀਂ ਕਰ ਸਕਦੇ, ਕਿਉਂਕਿ ਸਾਡੇ ਅੰਦਰ ਇੰਨੀ ਤੌਫੀਕ ਹੀ ਨਹੀਂ ਹੈ, ਸਾਡੇ ਅੰਦਰ ਇੰਨੀ ਕੈਪੈਸਿਟੀ ਹੀ ਨਹੀਂ ਹੈ, ਅਸੀਂ ਤੇ ਲੜ ਹੀ ਨਹੀਂ ਸਕਦੇ, ਅਸੀਂ ਤਾਂ ਮੁਗਲਾਂ ਦੇ ਨਾਲ ਜੰਗ ਹੀ ਨਹੀਂ ਕਰ ਸਕਦੇ, ਕਿਉਂਕਿ ਸਾਡੇ ਅੰਦਰ ਇੰਨੀ ਦਲੇਰੀ ਨਹੀਂ ਹੈ, ਕਿਉਂਕਿ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਦਲੇਰ ਨਹੀਂ ਹੋ। ਉਹਨਾਂ ਦੇ ਅੰਦਰ ਹੀਣ ਭਾਵਨਾ ਪੈਦਾ ਕਰ ਦਿੱਤੀ ਗਈ। ਲੇਕਿਨ ਗੁਰੂ ਪਾਤਸ਼ਾਹ ਜੀ ਦੇ ਇਸ ਪਾਵਨ ਸ਼ਬਦ ਨੇ ਉਸ
ਹੀਨ ਭਾਵਨਾ ਤੋਂ ਉਚੇਰਾ ਲੈ ਕੇ ਨਾ ਉਸ ਈਗੋ ਨੂੰ ਬੈਲੈਂਸ ਕੀਤਾ ਔਰ ਉਹਨਾਂ ਲੋਕਾਂ ਨੂੰ ਸਮਝਾਇਆ, ਜਿਨ ਕੀ ਜਾਤ ਔਰ ਕੁਲ ਮਾਹੀ ਸਰਦਾਰੀ ਨਾ ਭਈ ਕਿਦਾਹੀ ਤਿਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ। ਉਹਨਾਂ ਦੀ ਉਸ ਹੀਨ ਭਾਵਨਾ ਨੂੰ ਇੱਕ ਬਰਾਬਰਤਾ ਦੇ ਵਿੱਚ ਲੈ ਕੇ ਆਏ। ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਤੁਰੇ ਤੇ ਭਾਈ ਮਰਦਾਨਾ ਜੀ ਕਹਿੰਦੇ ਵੀ ਤੁਸੀਂ ਆਲਮ ਫਾਜ਼ਲ, ਤੁਸੀਂ ਐਡੇ ਵੱਡੇ ਆਲਮ ਵਿਦਵਾਨ, ਮੈਂ ਅਮੂੜ, ਮੈਂ ਅਲਪੱਗ, ਮੈਂ ਮੂਰਖ ਹਾਂ, ਤੁਸੀਂ ਐਡੀ ਉੱਚੀ ਜ਼ਾਤ ਵਾਲੇ, ਮੈਂ ਐਨੀ ਅਖੌਤੀ ਨੀਵੀਆਂ ਜ਼ਾਤਾਂ ਵਿੱਚ ਮਰਾਸੀ ਹਾਂ, ਮੈਂ ਤੁਹਾਡੀ ਤੇ ਮੇਰੇ ਨਾਲ ਕਿਵੇਂ ਬਣ ਆਏਗੀ। ਤੇ ਗੁਰੂ ਪਾਤਸ਼ਾਹ ਜੀ ਨੇ ਕਿਹਾ, ਇਹਦੇ ਵਿੱਚ ਜ਼ਾਤ, ਇਹਦੇ ਵਿੱਚ ਨਸਲ ਦਾ ਕੋਈ ਭੇਦਭਾਵ ਨਹੀਂ। ਉਸ ਮਰੀ ਹੋਈ ਉਹ ਹੀਣ ਭਾਵਨਾ ਦੀ ਸ਼ਿਕਾਰ ਹੋਈ ਉਸ ਕੌਂਸ਼ੀਅਸ ਨੂੰ ਜਗਾਇਆ ਔਰ ਉਸ ਨੂੰ ਉਸ ਲੈਵਲ ਤੇ ਲੈ ਕੇ ਗਏ ਕਿ ਜਿੱਥੇ ਜਾ ਕੇ ਭਾਈ ਮਰਦਾਨਾ ਜੀ 50 ਸਾਲ ਲਗਭਗ ਇਹ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਨਾਲ ਮੋਢਾ ਜੋੜ ਕੇ ਪ੍ਰਚਾਰ ਦੇ ਵਾਸਤੇ ਜਾਂਦੇ ਨੇ। ਯਾਨੀ ਕਿ ਇੱਕ ਨਵੀਂ ਸਪਿਰਿਟ ਪੈਦਾ ਕੀਤੀ ਕਿ ਉਸ ਹੀਨ ਭਾਵਨਾ ਦਾ ਉਹ ਸ਼ਿਕਾਰ ਨਾ ਹੋ ਜਾਵੇ। ਔਰ ਜਿਹੜੇ ਬਹੁਤਾਇਤ ਰੂਪ ਦੇ ਅੰਦਰ ਅਸੀਂ ਸਪਿਰਿਟੀ ਕੰਪਲੈਕਸ ਜਿਹਨੂੰ ਅਸੀਂ ਕਹਿੰਦੇ ਆ ਨਾ, ਕਿ ਅਸੀਂ ਉਸ ਈਗੋ ਨੂੰ ਕੰਟਰੋਲ ਨਹੀਂ ਕਰ ਪਾਉਂਦੇ, ਅਸੀਂ ਸੋਚਦੇ ਹਾਂ ਵੀ ਆਈ ਐਮ ਆਲਵੇਜ਼ ਰਾਈਟ, ਕਿ ਮੈਂ ਹੀ ਜਿਹੜਾ ਹੈ ਉਹ ਠੀਕ ਹਾਂ, ਹੋਰ ਕੋਈ ਦੂਜਾ ਠੀਕ ਨਹੀਂ। ਐਸੀ ਭਾਵਨਾ ਵੀ ਜਦੋਂ ਇਹ ਵੱਧ ਜਾਂਦੀ ਹੈ ਬੈਲੈਂਸ ਤੋਂ, ਇਹ ਵੀ ਸਾਨੂੰ ਪਰੇਸ਼ਾਨ ਕਰਦੀ ਹੈ। ਇਸੇ ਕਰਕੇ ਕਬੀਰ ਸਾਹਿਬ ਕਹਿ ਰਹੇ ਨੇ, ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖੋ ਤਤ ਤੂੰ। ਹੁਣ ਕੀ ਹੋ ਰਿਹਾ ਹੈ, ਹੁਣ ਮੇਰੀ ਲਾਈਫ ਦੇ ਅੰਦਰ ਚੇਂਜ ਆਣਾ ਸ਼ੁਰੂ ਹੋ ਗਿਆ ਹੈ। ਹੁਣ ਉਹ ਚੇਂਜਿੰਗ ਐਸੀ ਆਣੀ ਸ਼ੁਰੂ ਹੋ ਗਈ ਹੈ ਕਿ ਹੁਣ ਮੇਰੇ ਜੀਵਨ ਦੇ ਅੰਦਰ ਮੈਨੂੰ ਉਹ ਅਹੰ ਭਾਵ ਵਾਲੀ ਬਿਰਤੀ ਪਰੇਸ਼ਾਨ ਨਹੀਂ ਕਰਦੀ, ਜਿਹੜੀ ਮੈਨੂੰ ਪਰੇਸ਼ਾਨ ਕਰਦੀ ਸੀ। ਬਾਣੀ ਦੇ ਅੰਦਰ ਆਖਿਆ ਗਿਆ ਵੀ ਪੜਿਆ ਮੂਰਖ ਆਖੀ ਹੈ, ਜਿਤ ਲੱਭ ਲੋਭ ਅਹੰਕਾਰਾ। ਕਹਿੰਦੇ ਵੀ ਪੜਿਆ ਹੋਇਆ ਇਨਸਾਨ ਜਿੰਨੀ ਮਰਜ਼ੀ ਗੁਰਬਾਣੀ ਦੀ ਬਾਤ ਕਰਦਾ ਹੋਵੇ, ਲੇਕਿਨ ਜੇ ਉਹਦੀ ਲਾਈਫ ਦੇ ਵਿੱਚ ਹੰਕਾਰ ਆ ਗਿਆ ਨਾ, ਫਿਰ ਉਸ ਨੂੰ ਮੂਰਖ ਕਿਹਾ ਜਾਂਦਾ ਹੈ। ਉਹ ਮੂਰਖ ਹੈ। ਉਹ ਅਸਲ ਦੇ ਅੰਦਰ ਕਹਿੰਦੇ ਨੇ ਕਿ ਉਹ ਉਸ ਮੂਰਖਾਂ ਵਾਲੀ ਸ਼੍ਰੇਣੀ ਦੇ ਵਿੱਚ ਹੈ, ਭਾਵੇਂ ਜਿੰਨਾ ਮਰਜ਼ੀ ਇੰਟੈਲੈਕਚੁਅਲ ਵਿਦਵਾਨ ਹੋਵੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਸ ਕਰਕੇ ਆਪਣੀ ਮਤ ਨੂੰ ਨਾ ਜ਼ਮੀਨ ਦੇ ਉੱਤੇ ਰੱਖ, ਥਿਓ ਪਵਾਈ ਦਬ ਜੇ ਸਾਈਂ ਲੋੜੇ ਸਭ, ਇੱਕ ਛਿਜੇ ਬਿਆ ਲਤਾੜੀਏ ਤਾਂ ਸਾਈਂ ਦੇ ਦਰਬਾਰੀ ਹੈ। ਕਿ ਉਹ ਜਿੱਦਾਂ ਗ੍ਰਾਸ ਤੇ ਚੱਲਦੇ ਆ ਨਾ, ਕਿ ਘਾਹ ਹੁੰਦੀ ਸੀ, ਦੱਬ ਹੁੰਦੀ ਸੀ ਪਈ ਹੋਈ, ਤੇ ਉੱਥੇ ਤੁਰ ਕੇ ਪੈੜਾ ਬਣ ਜਾਂਦੀਆਂ ਸੀ। ਯਾਨੀ ਕਿ ਇਸ ਢੰਗ ਦੇ ਨਾਲ ਵਿਛ ਜਾ, ਆਪਣੇ ਆਪ ਨੂੰ ਉਸ ਖਾਕ ਦੇ ਅੰਦਰ ਸਮਝ, ਆਪਣੇ ਆਪ ਨੂੰ ਇੱਕ ਨਾਚੀਜ਼ ਸਮਝ, ਔਰ ਆਪਣੀ ਹੈਸੀਅਤ ਨੂੰ ਉਸ ਅਕਾਲ ਪੁਰਖ, ਉਸ ਗੁਰੂ ਦੀ ਬਖਸ਼ੀ ਹੋਈ ਪਰਸਨੈਲਿਟੀ ਸਮਝ, ਤਾਂ ਕਿ ਤੇਰੇ ਮਨ ਦੇ ਅੰਦਰ ਕੋਈ ਗੁਮਾਨ ਨਾ ਆਵੇ, ਕੋਈ ਅਹੰਕ ਭਾਵ ਨਾ ਆਵੇ, ਕੋਈ ਅਹੰਕਾਰ ਨਾ ਆਵੇ ਕਿ ਤੂੰ ਸੰਸਾਰ ਤੋਂ ਕੁਝ ਵੱਖਰਾ ਦਿਸਣ ਦਾ ਯਤਨ ਕਰੇ। ਅੱਜ ਤੁਸੀਂ ਦੇਖੋ, ਖਾਸ ਤੌਰ ਤੇ ਜਿਹੜੇ ਨੌਜਵਾਨ ਬੱਚੇ ਨੇ ਨਾ, ਟੀਨੇਜਰ ਬੱਚੇ, ਉਹਨਾਂ ਦੇ ਅੰਦਰ ਸਮੱਸਿਆ ਕੀ ਹੈ? ਪ੍ਰੋਬਲਮ ਹੈ ਕਿ ਇਹ ਜਿਹੜੀ ਆਪਣੇ ਆਪ ਨੂੰ ਵੱਖਰਾ ਸ਼ੋ ਕਰਨ ਦੀ ਔਰ ਵੱਖਰਾ ਪੇਸ਼ ਕਰਨ ਦੀ ਜਿਹੜੀ ਸਮੱਸਿਆ ਹੈ ਨਾ, ਇਹ ਇੱਥੋਂ ਹੀ ਸ਼ੁਰੂਆਤ ਹੁੰਦੀ ਹੈ ਇਹਦੀ। ਅੱਜ ਬੱਚੇ ਜਿਹੜੇ ਟੈਟੂਜ਼ ਬਣਵਾਉਂਦੇ ਨੇ, ਉਹਦਾ ਮਤਲਬ ਇਹ ਹੈ ਕਿ ਕੋਈ ਸਾਨੂੰ ਵੱਖਰੇ ਢੰਗ ਤੇ ਐਪਰੀਸ਼ੀਏਟ ਕਰੇ, ਸਾਨੂੰ ਰਿਕਗਨਾਈਜ਼ ਕਰੇ ਵੱਖਰੇ ਤੌਰ ਦੇ ਉੱਤੇ, ਕਿ ਅਸੀਂ ਇੱਕ ਵੱਖਰੀ ਪਰਸਨੈਲਿਟੀ ਲੈ ਕੇ ਜਾ ਰਹੇ ਹਾਂ। ਇੱਥੋਂ ਪੂਰੇ ਸਰੀਰ ਦੇ ਉੱਤੇ ਟੈਟੂਜ਼ ਬਣਵਾ ਲਏ। ਫਿਰ ਸਿਲੀਕਨ ਹਾਰਨ, ਅੱਜ ਕੱਲ ਤੁਸੀਂ ਦੇਖੋ ਕਿ ਪੱਛਮ ਦੇ ਵੱਲ ਇੱਕ ਬੰਦੇ ਨੂੰ ਮੈਂ ਦੇਖਿਆ ਕਿ ਉਹਨੇ ਮੱਥੇ ਦੇ ਉੱਤੇ ਨਾ ਇੱਕ ਸਿੰਘ ਦੀ ਰੂਪ ਦੇ ਵਿੱਚ ਲਵਾਇਆ ਹੋਇਆ ਸੀ ਸਿਲੀਕਨ ਹਾਰਨ, ਉਹਨੇ ਇੰਪਲਾਂਟ ਕਰਾਇਆ ਹੋਇਆ ਸੀ ਮੱਥੇ ਦੇ ਵਿੱਚ। ਤੇ ਉਹਨੂੰ ਪੁੱਛਿਆ ਵੀ ਤੂੰ ਕਿਉਂ ਕਰਾਇਆ? ਕਹਿੰਦਾ ਇਸ ਕਰਕੇ ਕਰਾਇਆ ਕਿ ਲੋਕੀ ਮੈਨੂੰ ਵੇਖਣ, ਤੇ ਜਦੋਂ ਮੇਰੀ ਤਾਰੀਫ ਕਰਨਗੇ ਤੇ ਮੈਨੂੰ ਖੁਸ਼ੀ ਮਹਿਸੂਸ ਹੋਵੇਗੀ। ਸਿਰਫ ਇੱਕ ਪ੍ਰਸ਼ੰਸਾ ਦੇ ਵਾਸਤੇ, ਖੁਸ਼ੀ ਦੇ ਵਾਸਤੇ ਉਸਨੇ ਆਪਣਾ ਬੋਡੀ ਦਾ ਜਿਹੜਾ ਸਾਰਾ ਸਟਰਕਚਰ ਹੈ ਉਸਨੂੰ ਵਿਗਾੜ ਦਿੱਤਾ ਸੀ। ਬੰਦੇ ਜਾਨਵਰ ਬਣੇ ਪਏ ਨੇ। ਬੰਦਿਆਂ ਨੇ ਪੂੰਛਾਂ ਲਵਾ ਲਈਆਂ, ਦੰਦ ਜਿਹੜੇ ਨੇ ਉਹ ਚੇਂਜ ਕਰਾ ਲਏ। ਕਿਉਂ? ਕਿਉਂਕਿ ਮੇਰੀ ਇੱਕ ਵੱਖਰੀ ਪਰਸਨੈਲਿਟੀ ਦਿਸੇ, ਮੈਂ ਦੁਨੀਆ ਤੋਂ ਅਲੱਗ ਦਿਸਾਂ। ਇਹਨੂੰ ਕਹਿੰਦੇ ਨੇ ਹੋਂਦ ਈਗੋ ਦੀ। ਇਹ ਹੈ ਹਉਮੈ, ਜਿਹੜੀ ਹਰ ਟਾਈਮ ਮੈਂ ਬੋਲਦੀ ਹੈ। ਗੁਰੂ ਸਾਹਿਬ ਨੇ ਸਾਨੂੰ ਇਸ ਤੋਂ ਸੁਚੇਤ ਕੀਤਾ ਕਿ ਅਸੀਂ ਇਸ ਲੈਵਲ ਤੇ ਜਾ ਕੇ ਆਪਣੀ ਲਾਈਫ ਬਤੀਤ ਨਹੀਂ ਕਰਨੀ, ਕਿਉਂਕਿ ਜਦੋਂ ਅਸੀਂ ਉਸ ਰੱਬ ਨੂੰ ਭੁਲਾ ਦੇਵਾਂਗੇ ਤੇ ਸਾਡੇ ਲਾਈਫ ਦੇ ਵਿੱਚ ਖੁਆਰੀ ਹੋਵੇਗੀ, ਅਸੀਂ ਖੁਆਰ ਹੋਵਾਂਗੇ, ਦੁੱਖ ਆਵੇਗਾ ਸਾਡੀ ਲਾਈਫ ਦੇ ਅੰਦਰ, ਉਹ ਅਨਰੈਸਟ ਆਵੇਗਾ ਸਾਡੀ ਲਾਈਫ ਦੇ ਅੰਦਰ। ਕਦੇ ਉਹ ਜਿਹੜੀ ਸਮੱਸਿਆ ਲੱਗੀ ਤੁਰੀ ਆ ਰਹੀ ਸੀ, ਉਸਨੂੰ ਅਸੀਂ ਕੰਟਰੋਲ ਨਹੀਂ ਕਰ ਪਾਵਾਂਗੇ। ਪਾਤਸ਼ਾਹ ਕਹਿੰਦੇ ਨੇ ਨਾ, ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾਂ ਵਿਆਪੈ ਜਾਂ ਕੋ ਓਟ ਤੁਹਾਰੀ। ਕਹਿੰਦੇ ਨੇ ਵੀ ਉਸ ਨੂੰ ਵਿਸਾਰਨ ਦੇ ਨਾਲ ਹੀ ਅਸਲ ਦੇ ਅੰਦਰ ਤੈਨੂੰ ਖੁਆਰੀ ਹੁੰਦੀ ਹੈ। ਇਸ ਕਰਕੇ ਯਾਦ ਰੱਖ
ਤੈਨੂੰ ਧੋਖਾ ਵਿਆਪਰਿਆ ਹੈ ਨਾ, ਜੇ ਅੱਜ ਧੋਖਾ ਵਿਆਪਰਿਆ ਜਗਤ ਦੇ ਅੰਦਰ, ਹੁਣ ਉਹ ਧੋਖਾ ਕਿਉਂ ਵਿਆਪਿਆ? ਕਿਉਂਕਿ ਤੂੰ ਅਲਰਟ ਨਹੀਂ ਸੀ। ਧੋਖਾ ਉਦੋਂ ਹੀ ਵਾਪਰਦਾ ਹੈ ਨਾ ਕਿ ਜਦੋਂ ਅਸੀਂ ਅਲਰਟ ਨਹੀਂ ਹੁੰਦੇ, ਅਸੀਂ ਆਪਣੀ ਬਿਮਾਰੀ ਦੀ ਪਹਿਚਾਣ ਨਹੀਂ ਕਰਦੇ। ਧੋਖਾ ਉਦੋਂ ਹੀ ਵਾਪਰਦਾ, ਠੱਗ ਕਦੋਂ ਕਿਸੇ ਨੂੰ ਠੱਗਦਾ ਹੈ? ਜਦੋਂ ਬੰਦਾ ਅਲਰਟ ਨਹੀਂ ਹੁੰਦਾ, ਜਦੋਂ ਉਸ ਨੂੰ ਆਪਣੀ ਕਮੀ ਦਾ ਪਤਾ ਨਹੀਂ ਹੁੰਦਾ। ਇਸੇ ਤਰ੍ਹਾਂ ਆ ਜਿਹੜੇ ਜਜ਼ਬੇ ਨੇ ਨਾ, ਇਹ ਦੋਏ ਦੇ, ਇਹ ਵਿਕਾਰਾਂ ਦੇ, ਇਹ ਈਗੋ ਦੇ, ਇਹ ਬੰਦੇ ਨੂੰ ਉਦੋਂ ਆਪਣੇ ਕਾਬੂ ਦੇ ਵਿੱਚ ਲੈਂਦੇ ਨੇ ਜਦੋਂ ਬੰਦਾ ਅਲਰਟ ਨਹੀਂ ਹੁੰਦਾ, ਜਦੋਂ ਅਟੈਂਸ਼ਨ ਨਹੀਂ ਹੁੰਦਾ, ਜਦੋਂ ਸਾਵਧਾਨ ਨਹੀਂ ਹੋ ਕੇ ਰਹਿੰਦਾ। ਤਾਂ ਕੋ ਧੋਖਾ ਕਹਾਂ ਵਿਆਪੇ, ਜਾਂ ਕੋ ਓਟ ਤੁਹਾਰੀ। ਤੇ ਜਿਹੜਾ ਉਹਦੀ ਓਟ ਵਿੱਚ ਰਹਿਣ ਵਾਲਾ ਨਾ, ਅਸੀਂ ਕਹਾਂਗੇ ਵੀ ਅਸੀਂ ਸਾਰੇ ਹੀ ਰਹਿੰਦੇ ਹਾਂ ਓਟ ਦੇ ਵਿੱਚ ਆ। ਤੇ ਓਟ ਦਾ ਮਤਲਬ ਇਹ ਹੈ ਕਿ ਜੇ ਅਸੀਂ ਓਟ ਵਿੱਚ ਆ, ਫਿਰ ਸਾਨੂੰ ਧੋਖਾ ਨਹੀਂ ਵਿਆਪ ਸਕਦਾ, ਸਾਨੂੰ ਕੋਈ ਧੋਖਾ ਨਹੀਂ ਦੇ ਸਕਦਾ। ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ, ਅਸੀਂ ਆਪਣੀ ਮੱਤ ਨੂੰ ਧੋਖਾ ਦੇ ਰਹੇ ਹਾਂ। ਇੱਕ ਤੇ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ, ਫਿਰ ਸਮਾਜ ਦੇ ਅੰਦਰ ਵੀ ਉਹ ਸਾਰਾ ਕੁਝ ਵਾਪਰ ਰਿਹਾ ਹੈ। ਔਰ ਉਹਦਾ ਸਭ ਤੋਂ ਵੱਡਾ ਕਾਰਨ ਹੈ ਸਾਡੀ ਈਗੋ, ਜਿਹੜੀ ਸਾਨੂੰ ਜਗਤ ਦੇ ਅੰਦਰ ਵਿਚਰਨ ਨਹੀਂ ਦਿੰਦੀ। ਉਹ ਸਾਡੀ ਵਿਚਰਨ ਸ਼ੈਲੀ ਦੇ ਅੰਦਰ ਸਾਨੂੰ ਆਪਣਾ ਆਪਾ ਸਮਰਪਿਤ ਭਾਵ ਦੇ ਨਾਲ ਜਿਹੜਾ ਜਗਤ ਦੇ ਅੰਦਰ, ਉਸ ਰੂਪ ਦੇ ਅੰਦਰ ਸਾਨੂੰ ਸਮਾਜ ਦੇ ਅੰਦਰ ਵਿਚਰਨ ਦੇ ਵਾਸਤੇ ਸਾਨੂੰ ਸਹਿਯੋਗ ਨਹੀਂ ਕਰਦੀ। ਇਹ ਸਾਡੀ ਈਗੋ ਹੈ। ਇੱਕ ਨਿੱਕੀ ਜਿਹੀ ਘਟਨਾ ਮੈਨੂੰ ਜਿਹੜੀ ਹੈ ਉਹ ਚੇਤਾ ਆਈ ਕਿ ਇੱਕ ਨਾ ਵਰਲਡ ਵਾਰ ਦੇ ਦੌਰਾਨ ਨਾ ਇੱਕ ਦੋ ਉੱਥੇ ਕੈਦੀਆਂ ਨੂੰ ਕੈਦ ਕੀਤਾ ਗਿਆ ਯੂਰਪ ਦੇ ਵਿੱਚ। ਕੋਈ ਇਲਾਕਾ ਮੈਂ ਸ਼ਾਇਦ ਭੁੱਲ ਗਿਆ। ਉਸ ਇਲਾਕੇ ਦੇ ਅੰਦਰ ਨਾ ਉਹਨਾਂ ਕੈਦੀਆਂ ਨੂੰ ਕੈਦ ਕੀਤਾ ਗਿਆ, ਤੇ ਇੱਕ ਆਈਲੈਂਡ ਸੀ ਛੋਟਾ ਜਿਹਾ, ਉਸ ਆਈਲੈਂਡ ਦੇ ਅੰਦਰ ਕੈਦ ਕੀਤਾ ਉਹਨਾਂ ਨੂੰ। ਤੇ ਆਈਲੈਂਡ ਦੇ ਵਿੱਚੋਂ ਨਾ ਕਹਿੰਦੇ ਜਦੋਂ ਵਰਲਡ ਵਾਰ ਖਤਮ ਹੋਇਆ, ਉਹ ਕੈਦੀਆਂ ਨੂੰ ਹੌਲੀ ਹੌਲੀ ਕੁਝ ਸਾਲਾਂ ਬਾਅਦ ਛੱਡਣਾ ਸ਼ੁਰੂ ਕੀਤਾ। ਕਹਿੰਦੇ ਨੇ ਕਿ ਜਦੋਂ ਸ਼ਿਪ ਲੈਣ ਵਾਸਤੇ ਉਹਨਾਂ ਨੂੰ ਗਿਆ, ਤੇ ਉਹਨਾਂ ਨੂੰ ਲੈਣ ਵਾਸਤੇ ਗਿਆ ਤੇ 2 ਕੈਦੀ ਪਿੱਛੇ ਰਹਿ ਗਏ। ਇੱਕ ਥੋੜੇ ਥੋੜੇ ਕਰਕੇ ਜਾਂਦੇ ਰਹੇ ਤੇ 2 ਕੈਦੀ ਰਹਿ ਗਏ ਸਨ। ਤੇ ਜਦੋਂ 2 ਕੈਦੀ ਰਹਿ ਗਏ ਤੇ ਉਹ ਸ਼ਿਪ ਭਰ ਗਿਆ, ਤੇ ਸ਼ਿਪ ਦੇ ਵਿੱਚ ਨਾ ਇੱਕ ਹੀ ਕੈਦੀ ਦੀ ਥਾਂ ਸੀ। ਵੀ ਉਹ ਕਹਿੰਦੇ ਵੀ ਇੱਕ ਹੁਣ ਚਲਾ ਜਾਵੇਗਾ, ਫਿਰ ਇੱਕ ਨੂੰ ਸਾਲ ਬਾਅਦ ਗੇੜਾ ਲੱਗੇਗਾ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਇਸ ਢੰਗ ਦੇ ਨਾਲ ਉਹ ਬਾਹਰ ਕੱਢ ਰਹੇ ਸਨ। ਉਸ ਨੂੰ ਫੇਰ ਲੈ ਕੇ ਜਾਇਆ ਜਾਵੇਗਾ। ਤੇ ਜਿਹਦੀ ਵਾਰੀ ਸੀ ਨਾ, ਉਹ ਪਿੱਛੇ ਮੁੜ ਕੇ ਦੇਖਦਾ ਦੂਜੇ ਕੈਦੀ ਨੂੰ। ਉਹ ਤਾਂ ਦੋਸਤ ਬਣ ਚੁੱਕਿਆ ਸੀ। ਉਹ ਕਹਿਣ ਲੱਗਾ ਵੀ ਤੇਰੇ ਘਰ ਵਿੱਚ ਕੌਣ ਕੌਣ ਹੈ? ਉਹਦੇ ਮੂੰਹ ਵੱਲ ਦੇਖ ਕੇ ਨਾ ਉਸਨੇ ਆਖਰੀ ਬਾਤ ਉਸਨੂੰ ਆਖੀ। ਉਹ ਕਹਿਣ ਲੱਗਾ ਮੇਰੇ ਘਰ ਵਿੱਚ ਬੱਚੇ ਨੇ, ਮੇਰੀ ਮਾਂ ਹੈ, ਬਜ਼ੁਰਗ, ਮੇਰੇ ਛੋਟੇ ਬੱਚੇ ਨੇ, ਮੇਰੀ ਪਤਨੀ ਹੈ ਜਿਹੜੀ ਕਈ ਸਾਲਾਂ ਤੋਂ ਮੇਰੀ ਉਡੀਕ ਕਰ ਰਹੀ ਹੈ। ਸ਼ਾਇਦ ਉਹਨਾਂ ਨੂੰ ਤੇ ਇਹ ਵੀ ਨਹੀਂ ਪਤਾ ਕਿ ਮੈਂ ਜਿਉਂਦਾ ਵੀ ਹਾਂ ਕਿ ਨਹੀਂ ਜਿਉਂਦਾ। ਉਹਨਾਂ ਨੇ ਤੇ ਮੇਰੀ ਮੌਤ ਦਾ ਮਾਤਮ ਵੀ ਮਨਾ ਲਿਆ ਹੋਣਾ। ਤੇ ਉਹ ਜਿਹਦੀ ਵਾਰੀ ਸੀ ਨਾ ਜਹਾਜ਼ ਤੇ ਚੜਨ ਦੀ, ਉਹ ਪਿੱਛੇ ਆ ਗਿਆ। ਉਹ ਕਹਿੰਦਾ ਵੀ ਮੇਰੇ ਤੋਂ ਜ਼ਿਆਦਾ ਨਾ ਤੈਨੂੰ ਲੋੜ ਹੈ ਜਾਣ ਦੀ, ਕਿਉਂਕਿ ਮੇਰੇ ਅੱਗੇ ਪਿੱਛੇ ਕੋਈ ਨਹੀਂ ਹੈ, ਮੈਨੂੰ ਯਾਦ ਕਰਨ ਵਾਲਾ ਕੋਈ ਨਹੀਂ ਹੈ। ਮੈਂ ਅਨਾਥ ਹਾਂ, ਨਾ ਮੇਰਾ ਵਿਆਹ ਹੋਇਆ, ਨਾ ਮੇਰੇ ਬੱਚੇ ਆ, ਇਸ ਕਰਕੇ ਤੂੰ ਪਹਿਲਾਂ ਚਲਾ ਜਾ। ਉਹਦੀ ਅੱਖਾਂ ਵਿੱਚ ਹੰਝੂ ਆ ਗਏ। ਉਹ ਕਹਿਣ ਲੱਗਾ ਵੀ ਇੰਨੀ ਵੱਡੀ ਕੁਰਬਾਨੀ। ਉਹ ਕਹਿਣ ਲੱਗਾ ਵੀ ਮੈਂ ਇਸ ਜੇਲ੍ਹ ਦੇ ਅੰਦਰ ਰਹਿ ਕੇ ਸਮਝਿਆ ਕਿ ਅਸਲ ਵਿੱਚ ਕੁਰਬਾਨੀ ਕੀ ਹੁੰਦੀ ਹੈ, ਪਿਆਰ ਕੀ ਹੁੰਦਾ ਹੈ, ਦੂਜਿਆਂ ਵਾਸਤੇ ਜ਼ਿੰਦਗੀ ਜਿਹੜੀ ਹੈ ਉਹ ਲਾਣੀ ਕੀ ਹੁੰਦੀ ਹੈ, ਖੁਦਗਰਜ਼ੀ ਨੂੰ ਤਿਆਗ ਕੇ, ਆਪਣੇ ਸਵਾਰਥ ਨੂੰ ਤਿਆਗ ਕੇ ਦੂਜਿਆਂ ਦੇ ਵਾਸਤੇ, ਸਮਾਜ ਦੇ ਵਾਸਤੇ ਜੀਣਾ ਕੀ ਹੁੰਦਾ ਹੈ। ਉਹ ਉਸ ਕੈਦੀ ਨਾਲ, ਆਪਣੇ ਦੋਸਤ ਨਾਲ ਮਿਲ ਕੇ ਬੜਾ ਉਸਨੇ ਰੁਦਨ ਕੀਤਾ। ਫਿਰ ਉਹ ਆਪਣੇ ਘਰ ਚਲਾ ਗਿਆ, ਆਪਣੇ ਘਰ ਪਰਤ ਗਿਆ। ਤੇ ਘਰ ਜਦੋਂ ਪਰਤਿਆ, ਉੱਥੇ ਜਾ ਕੇ ਕੀ ਦੇਖਦਾ ਕਿ ਘਰ ਦੇ ਵਿੱਚ ਤੇ ਫਿਰ ਉਹੀ ਮਾਹੌਲ ਹੈ। ਪਤਨੀ ਨਿੱਕੀ ਨਿੱਕੀ ਗੱਲਾਂ ਤੋਂ ਬੱਚਿਆਂ ਨਾਲ ਲੜਦੀ ਹੈ, ਬੱਚੇ ਨਿੱਕੀ ਨਿੱਕੀ ਗੱਲਾਂ ਦੀ ਮੰਗ ਕਰਦੇ ਨੇ, ਔਰ ਉਹ ਘਰ ਦੇ ਅੰਦਰ ਨਿਤਾ ਪ੍ਰਤੀ ਦੇ ਸਾਰੇ ਉਹੀ ਸੋਚ, ਉਹੀ ਕਲੇਸ਼, ਉਹੀ ਈਗੋ ਦੀ ਪ੍ਰੋਬਲਮ, ਉਹੀ ਸਮੱਸਿਆਵਾਂ। ਹੁਣ ਪਿੱਛੇ ਕੀ ਦੇਖ ਕੇ ਆਇਆ ਹੈ? ਕੁਰਬਾਨੀ ਤੇ ਨਿਸਵਾਰਥ, ਤੇ ਜਿਹੜੀ ਉਹ ਅਵਸਥਾ ਸੀ ਕਿ ਜਿੱਥੇ ਆਪਣੇ ਮੈਂ ਨੂੰ, ਆਪਣੇ ਸਵੈ ਨੂੰ ਤਿਆਗਣ ਦੀ ਬਾਤਾਂ ਹੋ ਰਹੀਆਂ ਸੀਗੀਆਂ। ਤੇ ਜਦੋਂ ਘਰ ਆਇਆ ਤੇ ਘਰ ਕੀ ਦੇਖਦਾ ਕਿ ਨਿੱਕੇ ਨਿੱਕੇ ਸਵਾਰਥ ਦੇ ਵਾਸਤੇ ਝਗੜੇ ਹੋ ਰਹੇ ਨੇ। ਉਸ ਬੰਦੇ ਦੇ ਉੱਤੇ ਬਹੁਤ ਉਸਨੂੰ ਬੁਰਾ ਮਹਿਸੂਸ ਹੋਇਆ, ਔਰ ਉਹ ਆਪਣੇ ਘਰ ਨੂੰ ਤਿਆਗ ਕੇ ਚਲਾ ਗਿਆ। ਇੱਕ ਨਿੱਕੀ ਜਿਹੀ ਘਟਨਾ ਹੈ ਜਿਹੜੀ ਇਹ ਇੱਕ ਕੋਟ ਕੀਤੀ ਹੈ ਸਾਡੇ ਇੱਕ ਵਿਦਵਾਨ ਨੇ। ਸੋ ਇਹ ਇੱਕ ਸਾਨੂੰ ਚੇਤਾ ਕਰਾਉਂਦੀ ਹੈ, ਇਹ ਸਾਨੂੰ ਯਾਦ ਕਰਾਉਂਦੀਆਂ ਨੇ ਕਿ ਅਸੀਂ ਆਪਣੇ ਵਾਸਤੇ ਨਹੀਂ, ਅਸੀਂ ਇਸ ਜਗਤ ਦੇ ਵਿੱਚ ਜੀਣਾ ਹੈ। ਅਸੀਂ ਜੋ ਕੁਝ ਇਸ ਸੁਸਾਇਟੀ ਤੋਂ ਲਿਆ ਹੈ, ਅਸੀਂ ਇਸ ਸੁਸਾਇਟੀ ਨੂੰ ਵਾਪਸ ਵੀ ਕਰਨਾ ਹੈ। ਜੋ ਕੁਝ ਅਸੀਂ ਸੁਸਾਇਟੀ ਤੋਂ ਸੁੱਖ ਸੁਵਿਧਾਵਾਂ ਲਈਆਂ ਨੇ, ਉਹ ਕੁਝ ਅਸੀਂ ਵਾਪਸ ਵੀ ਕਰਨਾ, ਅਸੀਂ ਬੈਲੈਂਸ ਬਣਾਉਣਾ ਹੈ ਨਾ। ਕਿੰਨੀ ਵਾਰ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਜਿਹੜੇ ਸਾਡੇ ਵਿੱਚੋਂ ਵੀਰ ਨੇ, ਜਿਹੜੇ ਬਹੁਤ ਇਸ ਲੈਵਲ ਦੇ ਉੱਤੇ ਕੰਮ ਵੀ ਕਰ ਰਹੇ ਨੇ,
ਜਿੱਦਾਂ ਸਾਡੀ ਸੰਸਥਾਵਾਂ ਨੇ ਜਿਹੜੀਆਂ ਸਿੱਖ ਸੰਸਥਾਵਾਂ ਜਿਹੜੀਆਂ ਸੇਵਾ ਦਾ ਭਾਵ ਵਾਸਤੇ ਕੰਮ ਕਰ ਰਹੀਆਂ ਨੇ, ਔਰ ਸੇਵਾ ਹੀ ਇੱਕੋ ਇੱਕ ਐਸਾ ਇੱਕ ਇਉਂ ਕਹ ਲਓ ਕਿ ਇੱਕ ਫਲਸਫਾ ਹੈ, ਇੱਕ ਸੋਚ ਹੈ ਜਿਹੜੀ ਸਾਨੂੰ, ਇੱਕ ਇੰਸਟੀਟਿਊਸ਼ਨ ਹੈ ਕੰਪਲੀਟ, ਜਿਹੜਾ ਉਹਦੇ ਵਿੱਚ ਇੱਕ ਵੰਨਗੀ ਹੈ ਗੁਰੂ ਸਾਹਿਬ ਜੀ ਦੀ, ਇੱਕ ਕੰਪਲੀਟ ਇੰਸਟੀਟਿਊਸ਼ਨ ਦੇ ਵਿੱਚ ਇੱਕ ਵੰਨਗੀ ਹੈ ਕਿ ਜਿਹੜੀ ਸਾਡੀ ਈਗੋ ਨੂੰ ਖਤਮ ਕਰਦੀ ਹੈ। ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਸੇਵਾ ਕਰਦੇ ਹਾਂ, ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾ ਕੇ ਜਾਂ ਸਮਾਜ ਦੇ ਅੰਦਰ ਜਾ ਕੇ ਗੁਰਦੁਆਰਾ ਸਾਹਿਬ ਸਿੱਖਦੇ ਹਾਂ ਸੇਵਾ ਕਿਵੇਂ ਕਰਨੀ ਹੈ, ਫਿਰ ਸਮਾਜ ਵਿੱਚ ਜਾ ਕੇ ਉਸ ਨੂੰ ਇੰਪਲੀਮੈਂਟ ਕਰਦੇ ਹਾਂ, ਇਹ ਸਾਡੇ ਅੰਦਰਲੇ ਹੰਕਾਰ ਤੇ ਅੰਦਰਲੀ ਈਗੋ ਨੂੰ ਖਤਮ ਕਰਦਾ ਹੈ, ਉਸ ਨੂੰ ਧੁੰਦਾ ਹੈ, ਔਰ ਸਾਡੇ ਉਸ ਮੈਂ ਨੂੰ ਖਤਮ ਕਰਦਾ ਹੈ, ਜਿੱਥੇ ਜਾ ਕੇ ਕਬੀਰ ਸਾਹਿਬ ਜੀ ਇਹ ਪਾਵਨ ਬਚਨ ਕਰ ਰਹੇ ਨੇ, ਕਬੀਰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ ਜਤ ਦੇਖੋ ਤਤ ਤੂੰ। ਫਿਰ ਐਸੀ ਅਵਸਥਾ ਆ ਜਾਂਦੀ ਹੈ कि जिथे जाके सबको मीत हम आपन कीना, हम सबना के साजन, दूर परायो मन का बिरहा, तो मेल कियो मेरे राजन। फिर कोई बेगाना नहीं दिसदा, ना को बैरी नहीं बेगाना, सगल संग हमको बन आई वाली अवस्था हो जाती है। फिर किसे नाल वैर विरोध ईर्खा क्रोध नफरत वाले भाव साडे जीवन साडी सोच विच नहीं आउंदे। जदों ऐसी अवस्था दे मालक हो जाते हाँ, वो अवस्था का जिक्र कबीर साहब जी इस पावन श्लोक दे अंदर करते ने। सो इतने बेनतियां प्रवान करना जी, भुलां चुकां दी खिमा। हुण इस टॉपिक दे संदर्भ दे अंदर आप जी दा कोई सवाल होवे वो आप पूछ सकते हो जी। भुलां चुकां दी माफी। वाहिगुरू जी का खालसा वाहिगुरू जी